गुरु जी दी साजी नवाजी गुरु रूप गुरु प्यारी साध संगत जी। वाहिगुरु जी का खालसा वाहिगुरु जी की फतेह। गुरमुख प्यारिओ, जो आपां नूं गुरबाणी गुरु विच सतगुरां ने उपदेश बख्शिश कीता है, सानूं समझाउंदे भी साडे जीवन का सारिਆਂ ਦਾ ਇੱਕੋ ਹੀ मकसद ਇੱਕੋ ਹੀ मनोरथ है। ਉਹ मकसद ਉਹ मनोरथ ਸਾਡਾ ਉਦੋਂ ਪੂਰਾ ਹੁੰਦਾ ਜਦੋਂ ਅਸੀਂ ਪਰਮਾਤਮਾ ਦੇ ਨਾਲ ਮਿਲਾਪ ਕਰ ਲੈਂਦੇ। ਮਹਾਰਾਜ ਆਪਾਂ ਨੂੰ ਰੋਜ਼ ਇਸੇ ਪਰਥਾਈ ਗੁਰੂ ਅਮਰਦਾਸ ਜੀ ਫਰਮਾਉਂਦੇ, आनंद सुनो बड़ भागी हो सगल मनोरथ पूरे, पार परंपरा पाया उतरे सगल वसूरे। उन्होंने आपां नूं समझाया भी साडे जीवन का जिहड़ा मकसद जो मनोरथ सी उस नूं असीं पूरा कर लईए। पूरा कदों होया? ਜਦੋਂ ਪਾਰ ਬ੍ਰਹਮ ਪਰਮਾਤਮਾ ਦੇ ਨਾਲ ਮਿਲਾਪ ਹੋ ਗਈ। ਹੁਣ ਆਪਾਂ ਨੂੰ ਵੀ ਇਹੋ ਸਮਝਾਉਂਦੇ ਬਈ ਇਹ ਮਾਨਸ ਜਾਮਾ ਆਪਾਂ ਨੂੰ ਵੀ ਸਾਰਿਆਂ ਨੂੰ ਮਿਲੇ ਹੈ, ਇਹ ਆਪਣਾ ਵੀ ਸਾਰਿਆਂ ਦਾ ਇਹੋ ਮਕਸਦ ਇਹੋ ਮਨੋਰਥ ਇਸ ਸੰਸਾਰ 'ਚ ਆਉਣ ਦਾ, ਅਤੇ ਉਦੋਂ ਹੀ ਪੂਰਾ ਹੁੰਦਾ ਜਦੋਂ ਅਸੀਂ ਪਰਮਾਤਮਾ ਨਾਲ ਮਿਲਾਪ ਕਰ ਲਾਂਗੇ। जिस दिन साडा मिलाप हो गया समझ लो साडा जिहड़ा जीवन का मनोरथ सी वो पूरा हो गया। महाराज फरमाउंदे हर मिले नारायण नानक मनोरथ हो पूरा। बई जिस दिन साडा नारायण वाहिगुरू नाल मिलाप हो गया साडा मनोरथ पूरा हो गया। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਜੇ ਤੁਸੀਂ ਇਹ ਮਨੋਰਥ ਨੂੰ ਪੂਰਾ ਕਰਨਾ ਚਾਹੁੰਦੇ
ਜੇ ਤੁਸੀਂ ਪਰਮਾਤਮਾ ਅਵਿਨਾਸੀ ਨੂੰ ਮਿਲਣਾ ਚਾਹੁੰਦੇ ਫਿਰ ਤੁਸੀਂ ਪਰਮਾਤਮਾ ਦਾ ਸਿਮਰਨ ਕਰੋ। ਜਦੋਂ ਅਸੀਂ ਸਿਮਰਨ ਕਰਾਂਗੇ ਤੇ ਫਿਰ ਹੀ ਸਾਡਾ ਮਿਲਾਪ ਹੋਣਾ। ਮਾਰੇ ਫਰਮਾਉਂਦੇ ਖੋਜਤ ਖੋਜਤ ਇਹੋ ਤਤ ਵਿਚਾਰਿਓ, ਦਾਸ ਗੋਬਿੰਦ ਭਰੈਣ ਅਵਿਨਾਸੀ ਖੇਮ, ਚਾਹੇ ਜੇ ਨਾਨਕ ਸਦਾ ਸਿਮਰਨ ਰਹਿਣ। ਬਈ ਜੇ ਤੁਸੀਂ ਅਵਿਨਾਸੀ ਰਾਜ ਲੈਣਾ ਚਾਹੁੰਦੇ ਹੋ, ਜੇ ਤੁਸੀਂ ਸਦਾ ਵਾਸਤੇ ਅਮਰ ਹੋਣਾ ਚਾਹੁੰਦੇ ਹੋ, ਫਿਰ ਕਹਿੰਦੇ ਵੀ ਸਦਾ ਹੀ ਤੁਸੀਂ ਪਰਮਾਤਮਾ ਨੂੰ ਸਿਮਰੋ ਅਤੇ ਖੋਜ ਖੋਜ ਕੇ ਸਾਨੂੰ ਇਹ ਤੱਤ ਦੀ ਗੱਲ ਦੱਸਦੇ ਵੀ ਜਿਹੜੇ ਪਰਮਾਤਮਾ ਦੇ ਦਾਸ ਨੇ, ਜਿਨ੍ਹਾਂ ਨੂੰ ਗੁਰਬਾਣੀ 'ਚ ਸੰਤ ਸਾਧੂ ਭਗਤ ਗੁਰਮੁਖ ਗੁਰਸਿੱਖ, ਵੀ ਤੁਸੀਂ ਉਹਨਾਂ ਦੀ ਸੰਗਤ ਕਰੋ, ਉਹਨਾਂ ਦੀ ਸ਼ਰਨ ਦੇ ਵਿੱਚ ਜਾਓ। ਇਹ ਹੋ ਗਏ ਜਿਹੜੇ ਸੰਤ ਨੇ, ਉਹਨਾਂ ਦਾ ਮਨ ਨਿਰਮਲ, ਪਰਮਾਤਮਾ ਨਿਰਵੈਰ ਹੈ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ। ਇਸੇ ਤਰ੍ਹਾਂ ਹੀ ਸੰਤਾਂ ਦਾ ਵੀ ਕਿਸੇ ਨਾਲ ਕੋਈ ਵੈਰ ਨਹੀਂ ਹੁੰਦਾ। ਜਦੋਂ ਅਸੀਂ ਸੰਤਾਂ ਦਾ ਸੰਗ ਕਰਾਂਗੇ, ਜਿਹੜੀ ਸਾਡੇ ਮਨ ਦੇ ਉੱਤੇ ਮੈਲ ਲੱਗੀ ਹੋਈ ਦੁਰਮਤੀ, ਸਾਡੇ ਮਨ ਦੀ ਮੈਲ ਉਤਰ ਜਾਂਦੀ। ਮਾਰੇ ਫਰਮਾਉਂਦੇ ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਜੈਨ ਦੇਖੇ ਸਭ ਉਤਰੇ ਕਲ ਮਲ। ਬਈ ਮਾਲਕਾ ਤੂੰ ਨਿਰਵੈਰ ਹੈ ਅਤੇ ਤੇਰੇ ਸੰਤ ਵੀ ਨਿਰਵੈਰ ਹੀ ਨੇ, ਉਹਨਾਂ ਦਾ ਮਨ ਵੀ ਨਿਰਮਲ। ਉਹਨਾਂ ਦਾ ਸੰਗ ਕਰਨ ਦੇ ਨਾਲ ਸਾਡੇ ਮਨ ਤੋਂ ਮੈਲ ਉਤਰਦੀ। ਸੰਤ ਨੇ ਜਿਹੜੇ, ਉਹਨਾਂ ਦਾ ਸੰਗ ਕਰਕੇ ਸਾਡੇ ਮਨ ਤੋਂ ਇਸ ਤਰ੍ਹਾਂ ਮੈਲ ਉਤਰਦੀ, ਜਿਵੇਂ ਕੱਪੜਾ ਬਹੁਤ ਮੈਲਾ ਹੁੰਦਾ ਅਤੇ ਉਹਨੂੰ ਸਾਬਣ ਦਾ ਸੰਗ ਹੋ ਜਾਂਦਾ ਅਤੇ ਉਹ ਕੱਪੜੇ ਦੀ ਮੈਲ ਲੈ ਜਾਂਦੀ। ਔਰ ਇਸੇ ਤਰ੍ਹਾਂ ਹੀ ਸੰਤ ਸਾਧੂ ਜਨਾਂ ਦਾ ਸੰਗ ਕਰਕੇ, ਸਾਧ ਸੰਗਤ ਕਰਕੇ ਸਾਡੇ ਮਨ ਦੇ ਵਿੱਚੋਂ ਜਿਹੜੀ ਦੁਰਮਤ ਦੀ ਮੈਲ ਹੈ ਫਿਰ ਉਹ ਨਿਕਲਦੀ। ਮਾਰੇ ਫਰਮਾਉਂਦੇ ਹਰ ਕੇ ਸੰਤ ਸੰਤ ਭਲ ਨੀਕੇ, ਮਿਲ ਸੰਤ ਜਨਾ ਮਲ ਲਹੀਏ। ਹਉਮੈ ਦੁਰਤ ਗਈ ਸਭ ਨੀਕਰ, ਜਿਉਂ ਕਾਪੜ ਸਾਬਣ ਕਰਿਆ। ਬਈ ਜਿਵੇਂ ਕੱਪੜੇ ਦਾ ਸੰਗ ਕਰਕੇ, ਸਾਬਣ ਦਾ ਕੱਪੜੇ ਨੇ ਸੰਗ ਕੀਤਾ ਅਤੇ ਉਹਦੀ ਕੱਪੜੇ ਦੀ ਮੈਲ ਉਤਰ ਗਈ। ਸੰਤਾਂ ਦਾ ਸੰਗ ਕਰਕੇ ਸਾਡੇ ਮਨ ਦੀ ਮੈਲ ਉਤਰਦੀ। ਤਾਂ ਫਿਰ ਸਾਨੂੰ ਕਹਿੰਦੇ ਵੀ ਖੋਜ ਕੇ ਸਾਨੂੰ ਇਹ ਤੱਤ ਦੀ ਗੱਲ ਸਮਝਾਉਂਦੀ ਵੀ ਜੇ ਤੁਸੀਂ ਜੀਵਨ ਦਾ ਲਾਹਾ ਖੱਟਣਾ ਚਾਹੁੰਦੇ ਹੋ, ਫਿਰ ਤੁਸੀਂ ਜਿਹੜੇ ਪਰਮਾਤਮਾ ਦੇ ਦਾਸ ਨੇ, ਵੀ ਤੁਸੀਂ ਉਹਨਾਂ ਦਾ ਸੰਗ ਕਰੋ, ਉਹਨਾਂ ਦੀ ਸੰਗਤ ਕਰੋ। ਜਦੋਂ ਸੰਗਤ ਕਰਾਂਗੇ ਤਾਂ ਸਾਡੇ ਮਨ ਤੋਂ ਮੈਲ ਉਤਰ ਜਾਏਗੀ, ਸਾਡਾ ਜਿਹੜਾ ਮਨ ਹੈ ਨਿਰਮਲ ਹੋ ਜੀ। ਇਹ ਨਿਰਮਲ ਮਨ ਹੀ ਮਾਲਕ ਨੂੰ ਮਿਲ ਸਕਦਾ। ਔਰ ਇਸ ਵਾਸਤੇ ਫਿਰ ਇਹ ਆਪਾਂ ਸਤ ਸੰਗਤ ਕਰਦੇ ਹਾਂ। ਸਤ ਸੰਗਤ ਕਰਨ ਦੇ ਨਾਲ ਸਾਡੇ ਮਨ ਦੀ ਮੈਲ ਲੈਂਦੀ। ਮਾਰੇ ਫਰਮਾਉਂਦੇ ਸਾਧ ਸੰਗ ਹੋਏ ਨਿਰਮਲਾ, ਵੀ ਸਾਧ ਸੰਗਤ ਕਰਕੇ ਸਾਡੇ ਮਨ ਨੇ ਨਿਰਮਲ ਹੋਣਾ, ਸਾਡੇ ਮਨ ਦੀ ਜਿਹੜੀ ਮੈਲ ਉਹ ਮੈਲ ਉਤਰ। ਹੁਣ ਇੱਕ ਤਾਂ ਜਦੋਂ ਆਪਾਂ ਇਸ ਸ਼ਬਦ ਦੀ ਵਿਚਾਰ ਕਰਦੇ ਹਾਂ, ਇੱਕ ਜਣਾ ਆਪਾਂ ਗੁਰਬਾਣੀ ਗੁਰੂ ਦੀ ਵਿਚਾਰ ਕਰਦੇ, ਬਾਕੀ ਆਪਾਂ ਧਿਆਨ ਨਾਲ ਸੁਣਦੇ ਹਾਂ, ਇਹਦੇ ਨਾਲ ਸਾਡੇ ਮਨ ਦੀ ਮੈਲ ਉਤਰਦੀ। ਮਾਰੇ ਫਰਮਾਉਂਦੇ ਮਨ ਤਨ ਧੋਵੇ ਸ਼ਬਦ ਵਿਚਾਰੀ, ਵੀ ਸਾਡਾ ਮਨ ਵੀ ਅਤੇ ਮਨ ਦਾ ਤਨ ਵੀ ਧੋਤਾ ਜਾਏਗਾ ਸ਼ਬਦ ਦੀ ਵਿਚਾਰ ਦੁਆਰਾ। ਇੱਕ ਜਦੋਂ ਅਸੀਂ ਸਿਮਰਨ ਕਰਦੇ ਹਾਂ, ਇਹ ਸਿਮਰਨ ਕਰਨ ਦੇ ਨਾਲ ਸਾਡੇ ਮਨ ਦੀ ਮੈਲ ਉਤਰਦੀ। ਮਾਰੇ ਫਰਮਾਉਂਦੇ ਕਰ ਇਸ਼ਨਾਨ
ਸਿਮਰ ਭਰਾਵਾ ਪੰਨਾ ਮਨ ਤਨ ਭਈ ਅਰੋਗਾ। ਸਾਡਾ ਮਨ ਵੀ ਅਤੇ ਮਨ ਦਾ ਤਨ ਵੀ ਰੋਗ ਰਹਿਤ ਹੋ ਜਾਏਗਾ ਜਦੋਂ ਅਸੀਂ ਸਿਮਰਨ ਕਰਾਂਗੇ, ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ, ਸੁਣਾਂਗੇ। ਔਰ ਇਸ ਵਾਸਤੇ ਫਿਰ ਸਾਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਸਾਡੇ ਜੀਵਨ ਦਾ ਜਿਹੜਾ ਮਕਸਦ, ਜੋ ਮਨੋਰਥ ਹੈ, ਉਹ ਇਹੀ ਹੈ ਵੀ ਅਸੀਂ ਸਾਧ ਸੰਗਤ ਕਰਕੇ ਪਰਮਾਤਮਾ ਵਾਹਿਗੁਰੂ ਦੇ ਨਾਲ ਮਿਲਾਪ ਕਰ ਲਈਏ। ਜੇ ਅਸੀਂ ਮਿਲਾਪ ਕਰ ਲਾਂਗੇ ਤਾਂ ਸਾਡਾ ਆਉਣਾ ਇੱਥੇ ਸਫਲ ਹੋਊਗੀ। ਜੇ ਨਹੀਂ ਮਿਲਾਪ ਕਰਦੇ, ਨਹੀਂ ਇਸ ਮਾਰਗ ਦੇ ਉੱਤੇ ਚੱਲਦੇ, ਨਹੀਂ ਸਤ ਸੰਗਤ ਕਰਦੇ, ਫਿਰ ਮਨਮੁਖ ਦਾ ਜਿਹੋ ਜਿਹਾ ਸੰਸਾਰ 'ਚ ਆਇਆ ਨਾ ਆਇਆ, ਉਹਦਾ ਆਉਣ ਦਾ ਕੋਈ ਉਹਨੂੰ ਲਾਹਾ ਹੀ ਨਹੀਂ, ਕੋਈ ਲਾਭ ਹੀ ਨਹੀਂ। ਮਹਾਰਾਜ ਉਹਨੂੰ ਤਾਂ ਫਿਰ ਕਹਿੰਦੇ ਇਹ ਮਨਮੁਖ ਲੈਣ ਕੀ ਆਇਆ ਸੰਸਾਰ ਦੇ ਵਿੱਚ, ਜਗਤ ਦੇ ਵਿੱਚ, ਇਹਨੇ ਭਗਤੀ ਸਿਮਰਨ ਤਾਂ ਕਰਨਾ ਨਹੀਂ ਸੀ। ਮਹਾਰਾਜ ਫਰਮਾਉਂਦੇ ਭਾਈ ਰੇ ਭਗਤਹੀਨ ਕਾਹੀ ਜਗ ਆਇਆ, ਪੂਰੇ ਗੁਰ ਕੀ ਸੇਵਾ ਨਾ ਕੀਨੀ ਵਿਰਥਾ ਜਨਮ ਗਵਾਇਆ। ਵੀ ਇਹ ਤਾਂ ਜੱਗ ਦੇ ਵਿੱਚ ਆਇਆ ਹੀ ਕੀ ਲੈਣ, ਕਿਉਂਕਿ ਜਦੋਂ ਇਹਨੇ ਭਗਤੀ ਤਾਂ ਕਰਨੀ ਨਹੀਂ ਸੀ, ਸ਼ਬਦ ਗੁਰੂ ਦੀ ਤਾਂ ਸੇਵਾ ਨਹੀਂ ਕਰਨੀ, ਫਿਰ ਉਹਦਾ ਜਿਹੜਾ ਜੀਵਨ ਉਹ ਵਿਅਰਥ। ਤਾਂ ਮਹਾਰਾਜ ਫਿਰ ਕਹਿੰਦੇ ਵੀ ਜਿਹੜੇ ਜੀਵਨ ਨਹੀਂ ਸਤ ਸੰਗਤ ਕਰਦੇ, ਜਿਹੜੇ ਜੀਵਨ ਨਹੀਂ ਸਿਮਰਨ ਕਰਦੇ ਪਰਮਾਤਮਾ ਦਾ, ਵੀ ਉਹਨਾਂ ਦੇ ਤਾਂ ਅਸੀਂ ਦਰਸ਼ਨ ਵੀ ਨਹੀਂ ਕਰਨਾ ਚਾਹੁੰਦੇ। ਕਿਉਂਕਿ ਜਿਨ੍ਹਾਂ ਦੇ ਅੰਦਰ ਇਹ ਹੈ ਦੁਰਮਤ, ਵੈਰ ਵਿਰੋਧ ਜਿਨ੍ਹਾਂ ਦੇ ਅੰਦਰ, ਉਹਦਾ ਜਿਹੋ ਜਿਹਾ ਪਸ਼ੂ ਉਹ ਜਿਹਾ ਮਾਨਸ। ਮਹਾਰਾਜ ਕਹਿੰਦੇ ਜੋ ਨਾ ਭਜੰਤੇ ਨਾਰਾਇਣ ਤੈਨ ਕਾ ਮੈਂ ਨਾ ਕਰੂੰ ਦਰਸ਼ਨ, ਜਾ ਕੇ ਭੀਤਰ ਹੈ ਅੰਤਰ ਜੈਸੇ ਪਸ਼ ਤੈਸੇ ਹੋਏ ਨਰ। ਬਈ ਜਿੱਦਾਂ ਦੇ ਪਸ਼ੂ ਉਹਦਾਂ ਦੇ ਮਾਨਸ ਜਾਮੇ ਵਿੱਚ। ਬਈ ਕਿਉਂਕਿ ਜੀਵ ਜਦੋਂ ਸਿਮਰਨ ਨਹੀਂ ਕਰਦਾ, ਨਹੀਂ ਸਤ ਸੰਗਤ ਕਰਦਾ, ਤਾਂਹੀਓ ਫਿਰ ਮਹਾਰਾਜ ਸਾਨੂੰ ਰੋਜ਼ ਕਹਿੰਦੇ ਵੀ ਜਿਹੜੇ ਜੀਵ ਨਹੀਂ ਸਤ ਸੰਗਤ ਦੇ ਵਿੱਚ ਆਉਂਦੇ, ਬਈ ਉਹਨਾਂ ਦਾ ਜਿਹੜਾ ਜਿਉਣਾ ਉਹ ਮਹਾਰਾਜ ਕਹਿੰਦੇ ਧਰਿਕ। ਸਤਿਗੁਰੂ ਲਾਹਨਤ ਪਾਉਂਦੇ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਧਰਿਕ ਜੀਵੇ ਧਰਿਕ ਜੀਵਾਸ। ਬਈ ਉਹਨਾਂ ਦਾ ਜਿਉਣਾ ਧਰਿਕ, ਜਿਹੜੇ ਜੀਵ ਨਹੀਂ ਸਤ ਸੰਗਤ ਕਰਦੇ ਤੇ ਜੋ ਸੰਸਾਰ ਵਿੱਚ ਫਿਰ ਕਰ ਰਹੇ, ਫਿਰ ਉਹਨੂੰ ਤਾਂ ਬਹੁਤ ਲਾਹਨਤਾਂ ਪਾਉਂਦੀ। ਬਈ ਤੁਸੀਂ ਜੋ ਵੀ ਕਰਦੇ, ਮਹਾਰਾਜ ਕਹਿੰਦੇ ਧਰਕਾਰ, ਬਈ ਐਸੇ ਤੁਹਾਡੇ ਜੀਵਨ ਦੇ ਉੱਤੇ। ਬਈ ਮਨਮੁਖ ਜੋ ਖਾਂਦਾ, ਮਹਾਰਾਜ ਕਹਿੰਦੇ ਉਹਦਾ ਖਾਣਾ ਧਰਿਕ। ਜੋ ਮਨਮੁਖ ਪਹਿਨਦਾ ਕੱਪੜਾ, ਉਹਨੂੰ ਕਹਿੰਦੇ ਤੇਰਾ ਪਹਿਨਣਾ ਵੀ ਧਰਿਕ। ਜਿਸ ਕੁਟੁੰਬ ਪਰਿਵਾਰ ਦੀ ਖਾਤਰ ਉਹ ਕਰਮ ਕਰਦਾ, ਦਿਨ ਰਾਤ ਭੱਜਾ ਫਿਰਦਾ, ਮਹਾਰਾਜ ਕਹਿੰਦੇ ਤੇਰਾ ਪਰਿਵਾਰ ਵੀ, ਕੁਟੁੰਬ ਵੀ ਧਰਿਕ। ਜਦੋਂ ਸੌਂਦਾ ਉਹਨੂੰ ਕਹਿੰਦੇ ਤੇਰਾ ਸੌਣਾ ਵੀ ਧਰਿਕ। ਬਈ ਜਿਸ ਮਕਸਦ ਵਾਸਤੇ ਤੈਨੂੰ ਮਾਨਸ ਜਾਮਾ ਮਿਲਿਆ, ਤੂੰ ਪਰਮਾਤਮਾ ਨੂੰ ਮਿਲਾਪ ਦੇ ਮਾਰਗ ਦੇ ਉੱਤੇ ਤਾਂ ਚੱਲਦਾ ਹੀ ਨਹੀਂ, ਤੂੰ ਸਿਮਰਨ ਭਗਤੀ ਤਾਂ ਕਰਦਾ ਹੀ ਨਹੀਂ। ਮਹਾਰਾਜ ਫਰਮਾਉਂਦੇ ਧਰਿਗ ਧਰਿਗ ਖਾਇਆ, ਧਰਿਗ ਧਰਿਗ ਸੋਇਆ, ਧਰਿਗ ਧਰਿਗ ਕਾਪੜ ਅੰਗ ਚੜ੍ਹਾਇਆ, ਧਰਿਗ ਸਰੀਰ ਕੁਟੁੰਬ ਸਹਿਤ ਸਿਓ ਜਿਤ ਹੁਣ ਖਸਮ ਨਾ ਪਾਇਆ। ਮਨਮੁਖ ਨੂੰ ਇੰਨੀਆਂ ਲਾਹਨਤਾਂ ਵੀ ਉਹਨੂੰ ਤਾਂ ਬਹੁਤ ਹੀ ਬਾਣੀ ਗੁਰੂ ਵਿੱਚ ਆਖਿਆ, ਵਾਰ-ਵਾਰ ਉਹਨੂੰ ਇੰਨੀਆਂ ਫਟਕਾਰਾਂ ਪਾਈਆਂ ਵੀ ਇੰਨੇ ਲੰਮੇ ਸਮੇਂ ਬਾਅਦ ਮਾਨਸ ਜਾਮਾ ਮਿਲੇ ਆ, ਅਤੇ ਮਾਨਸ ਜਾਮੇ ਦਾ ਵੀ ਲਾਹਾ ਨਹੀਂ ਖੱਟਦਾ।
ਸੋ ਤਾਂ ਕਰਕੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਸਾਡੇ ਜੀਵਨ ਦਾ ਜਿਹੜਾ ਅਸਲ ਮਕਸਦ ਉਹ ਇਹੀ ਹੈ, ਇਹਦੇ ਵਿੱਚ ਅਸੀਂ ਭਗਤੀ ਕਰੀਏ ਮਾਨਸ ਜਾਮੇ 'ਚ। ਮਹਾਰਾਜ ਸਾਨੂੰ ਫਿਰ ਤਾਈਓ ਸਮਝਾਉਂਦੇ ਰਾਮ ਸਿਮਰ ਇਹ ਤੇਰੇ ਕਾਜ ਹੈ। ਬਈ ਸਾਡੇ ਮਨ ਦਾ ਕੋਈ ਹੋਰ ਕਾਰਜ ਨਹੀਂ, ਬਈ ਇਹਨੂੰ ਇੱਕੋ ਹੀ ਕਾਰਜ ਦਿੱਤਾ ਵੀ ਤੂੰ ਇਹ ਸਿਮਰਨ ਕਰ। ਹੁਣ ਜੇ ਅਸੀਂ ਇਹੀਓ ਕਾਰਜ ਨਾ ਕੀਤਾ ਜਿਹੜਾ ਇੱਕੋ ਹੀ ਸਾਨੂੰ ਦਿੱਤਾ, ਤੇ ਅਸੀਂ ਅਵਰ ਕਾਜ ਹੀ ਕਰਦੇ ਰਹੇ, ਹੋਰ ਹੀ ਕਰਦੇ ਰਹੇ। ਫਿਰ ਮਹਾਰਾਜ ਕਹਿੰਦੇ ਵੀ ਅਵਰ ਕਾਜ ਤਾਂ ਤੇਰੇ ਕਿਸੇ ਕੰਮ ਆਉਣ ਵਾਲੇ ਨਹੀਂ, ਵੀ ਇਹਨਾਂ ਨੇ ਤਾਂ ਤੇਰੇ ਨਾਲ ਨਹੀਂ ਜਾਣਾ। ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਬਈ ਇਹ ਜਿਹੜੇ ਅਵਰ ਕਾਜ ਬਈ ਇਹ ਸਾਡੇ ਕਿਸੇ ਅੱਗੇ ਕੰਮ ਨਹੀਂ ਆਉਂਦੇ। ਬਈ ਜਿਹਨੇ ਸਾਡੇ ਅੱਗੇ ਕੰਮ ਆਉਣਾ, ਜਿਹੜੇ ਕਰਮ ਨੇ ਸਾਡੇ ਨਾਲ ਚੱਲਣਾ, ਜਿਹੜਾ ਕਰਕੇ ਸਾਨੂੰ ਸ਼ਾਬਾਸ਼ ਮਿਲਣੀ, ਫਿਰ ਉਹ ਸਾਨੂੰ ਸਤਿਗੁਰੂ ਕਹਿ ਰਹੇ ਵੀ ਤੂੰ ਉਹ ਕਰਮ ਕਰ। ਮਨ ਨੂੰ ਕਹਿੰਦੇ ਮਨ ਰੇ ਸਬਰਿਓ ਨਾ ਏਕੇ ਕਾਜਿਆ ਭਜਿਓ ਨਾ ਰਘਪਤ ਰਾਜਾ। ਵੀ ਤੇਰਾ ਇੱਕੋ ਹੀ ਕਾਰਜ ਸੀ, ਉਹ ਤਾਂ ਤੇਤੋਂ ਸਬਰਿਆ। ਬਈ ਇੱਕੋ ਹੀ ਤੈਨੂੰ ਆਖਿਆ ਸੀ ਕਰਨ ਨੂੰ ਵੀ ਤੂੰ ਸਿਮਰਨ ਕਰਤੇ, ਉਹ ਤਾਂ ਤੂੰ ਕੀਤਾ ਹੀ ਨਹੀਂ। ਔਰ ਤਾਈਓ ਫਿਰ ਮਨ ਨੂੰ ਕਹਿੰਦੇ ਭਈ ਹੋਰ ਅਵਰ ਕਾਜ ਛੱਡ ਕੇ ਤੂੰ ਇੱਕੋ ਹੀ ਇਹ ਕੰਮ ਕਰ। ਰਾਮ ਰਾਮ ਬੋਲ, ਰਾਮ ਰਾਮ ਤਿਆਗੋ ਮਨ ਕੀ ਸਗਲ ਕੰਮ। ਬਈ ਇਹ ਮਨ ਦੇ ਹੋਰ ਜਿੰਨੇ ਵੀ ਕਰਮ ਨੇ, ਇਹਨੂੰ ਕਹਿੰਦੇ ਵੀ ਤੂੰ ਇਹ ਛੱਡ ਕੇ ਤੂੰ ਇੱਕੋ ਹੀ ਕੰਮ ਕਰ, ਵੀ ਤੂੰ ਸਿਮਰਨ ਕਰ। ਹੌਲੀ ਸਾਡਾ ਆਪਣਾ ਨਿੱਜੀ ਕੰਮ, ਇਹਦੇ ਵਿੱਚ ਮਹਾਰਾਜ ਕਹਿੰਦੇ ਵੀ ਆਲਸ ਨਾ ਕਰੋ, ਇਹਦੇ ਵਿੱਚ ਢਿੱਲ ਨਾ ਵਰਤ। ਜਿਹੜਾ ਸਿਮਰਨ ਕਰਕੇ ਸਾਨੂੰ ਇੱਥੇ ਵੀ ਸੁੱਖ ਮਿਲਣਾ ਤੇ ਸਾਨੂੰ ਦਰਗਾਹ 'ਚ ਵੀ ਥਾਂ ਮਿਲਣੀ, ਫਿਰ ਮਹਾਰਾਜ ਕਹਿੰਦੇ ਵੀ ਉਹਦੇ ਵਾਸਤੇ ਕਾਹਦੀ ਆਲਸ ਕਾਹਦੀ ਢਿੱਲ। ਆਪਣੇ ਕਾਰਜ ਕੋ ਕਿਉਂ ਲਕਾਈਏ, ਜਿਤ ਸਿਮਰਤ ਦਰਗਾਹ ਮੁਖ ਜਲ ਸਦਾ ਸਦਾ ਸੁਖ ਪਾਈਏ। ਬਈ ਜਿਹੜਾ ਕਰਮ ਕਰਕੇ ਸਾਡਾ ਮੁਖ ਜਿਹੜਾ ਉਜਲ ਹੋ ਜਾਣਾ, ਸਾਨੂੰ ਦਰਗਾਹ ਦੇ ਵਿੱਚ ਥਾਂ ਮਿਲਣੀ। ਤੇ ਸੱਚੇ ਪਾਤਸ਼ਾਹ ਕਹਿੰਦੇ ਬਈ ਤੁਸੀਂ ਉਹ ਕਾਰਜ ਦੇ ਵਿੱਚ ਢਿੱਲ ਨਾ ਵਰਤੋ, ਉਹਦੇ ਵਿੱਚ ਆਲਸ ਨਾ ਕਰੋ। ਹੌਲੀ ਆਪਣੇ 'ਤੇ ਮਨਸਰ ਹੈ ਵੀ ਅਸੀਂ ਜਿਹੜਾ ਕਿੰਨਾ ਕੁ ਇਹ ਆਪਣਾ ਘਰ ਦਾ ਕੰਮ ਕਰਦੇ ਹਾਂ, ਕਿੰਨਾ ਕੁ ਅਸੀਂ ਅਭਿਆਸ ਕਰਦੇ, ਅਸੀਂ ਕਿੰਨਾ ਕੁ ਗੁਰੂ ਦਾ ਜਿਹੜਾ ਬਚਨ ਹੈ ਉਹ ਬਚਨ ਕਮਾਉਂਦੇ ਹਾਂ, ਬਚਨ ਮੰਨਦੇ। ਮਹਾਰਾਜ ਤਾਈਓ ਸਾਨੂੰ ਕਹਿੰਦੇ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਬਈ ਜਿਹੜੀ ਕਾਰੇ ਸਾਨੂੰ ਗੁਰੂ ਕਹਿ ਰਹੇ ਕਰਨ ਨੂੰ ਵੀ ਤੁਸੀਂ ਉਹ ਕਾਰ ਕਮਾਓ, ਹੁਣ ਗੁਰੂ ਸਾਨੂੰ ਇਹੀਓ ਕਾਰ ਕਰਨ ਨੂੰ ਕਹਿ ਰਹੇ ਵੀ ਤੁਸੀਂ ਸਿਮਰਨ ਕਰੋ। ਆਪ ਸਾਡਾ ਮਨ ਹੈ ਜਿਹੜਾ ਇੱਧਰ ਆ ਕੇ ਭੁੱਲ ਜਾਂਦਾ, ਫਿਰ ਇਹ ਭੁੱਲੇ ਮਨ ਨੂੰ ਵਾਰ-ਵਾਰ ਚੇਤੇ ਕਰਾਇਆ ਜਾਂਦਾ। ਮਹਾਰਾਜ ਕਹਿੰਦੇ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਵੀ ਮਨ ਇੱਧਰ ਆਉਂਦਾ ਤੇ ਰੋਜ਼ ਹੀ ਭੁੱਲ ਜਾਂਦਾ, ਹੁਣ ਭੁੱਲਿਆ ਹੋਇਆ ਹੀ ਇਹ ਮਾਇਆ ਘਰ ਜਾਂਦਾ। ਭੂਲੋ ਮਨ ਮਾਇਆ ਘਰ ਜਾਈ। ਹੁਣ ਮਾਇਆ ਦੇ ਘਰ ਜਾ ਕੇ ਸੌਂ ਜਾਂਦਾ ਤੇ ਸੁੱਤੇ ਹੋਏ ਨੂੰ ਸਾਰਾ ਕੁਛ ਹੀ ਭੁੱਲ ਜਾਂਦਾ। ਹੁਣ ਇਹਨੂੰ ਫਿਰ ਵਾਰ-ਵਾਰ ਤਾਂ ਚੇਤੇ ਕਰਾਇਆ ਜਾਂਦਾ ਵੀ ਤੂੰ ਭੁੱਲ ਨਾ, ਤੂੰ ਚੇਤੇ ਰੱਖ। ਹੁਣ ਮਨ ਨੂੰ ਰੋਜ਼ ਸਮਝਾਉਣ 'ਚ ਪਰ ਏਡਾ ਮੂਰਖ ਵੀਰ ਭੁੱਲ ਜਾਂਦਾ। ਸਤਿਗੁਰੂ ਕਹਿੰਦੇ ਮਨ ਮੂਰਖ ਅਜੂ ਨਾ ਸਮਝਤ, ਸਿੱਖਦੇ ਹਾਰਿਓ ਨੀਤ। ਵੀ ਇਹ ਏਡਾ ਮੂਰਖ ਹੋਇਆ ਵੀ ਇਹਨੂੰ ਰੋਜ਼ ਸਿੱਖਿਆ ਦਿਨ 'ਚ, ਪਰ ਇਹ ਫਿਰ ਭੁੱਲ ਜਾਂਦਾ, ਫਿਰ ਨਹੀਂ ਮੰਨਦਾ।
ਹੁਣ ਇਸ ਵਾਸਤੇ ਫਿਰ ਵਾਰ-ਵਾਰ ਆਪਾਂ ਸਤ ਸੰਗਤ ਕਰਦੇ ਵੀ ਤਾਂ ਕਿ ਸਾਨੂੰ ਪੂਰਾ ਦ੍ਰਿੜ ਹੋ ਜੀ। ਜੋ ਅਸੀਂ ਭੁੱਲਦੇ ਹਾਂ ਅਸੀਂ ਭੁੱਲੀਏ ਨਾ, ਸਾਨੂੰ ਵਿਸਰੇ ਨਾ। ਅਤੇ ਤਾਂ ਕਰਕੇ ਸਤ ਸੰਗਤ 'ਚ ਫਿਰ ਸਾਨੂੰ ਦ੍ਰਿੜ ਹੁੰਦਾ ਗਿਆਨ। ਸਤ ਸੰਗਤ 'ਚ ਆਪਾਂ ਜਿਵੇਂ ਗੁਰਮੰਤਰ ਨੂੰ ਦ੍ਰਿੜ ਕਰਦੇ ਹਾਂ, ਇਸੇ ਤਰ੍ਹਾਂ ਨਾਲ ਨਾਲ ਗਿਆਨ ਦ੍ਰਿੜ ਕਰਦੇ ਹਾਂ, ਗੁਰੂ ਦੀ ਮੱਤ ਦ੍ਰਿੜ ਕਰਦੇ। ਮਹਾਰਾਜ ਤਾਂਹੀਓ ਕਹਿੰਦੇ ਸਤ ਸੰਗਤ ਮਿਲੇ ਤਾਂ ਦ੍ਰਿੜਤਾ ਆਵੇ। ਵੀ ਜਦੋਂ ਸਾਨੂੰ ਸਤ ਸੰਗਤ ਮਿਲਦੀ ਤਾਂ ਫਿਰ ਸਾਨੂੰ ਗਿਆਨ ਦ੍ਰਿੜ ਹੁੰਦਾ, ਸਾਨੂੰ ਦ੍ਰਿੜ ਭਰੋਸਾ ਆਉਂਦਾ ਪਰਮਾਤਮਾ 'ਤੇ। ਹੌਲੀ ਸਾਰਾ ਖੇਲ ਹੀ ਭਰੋਸੇ ਦਾ, ਵੀ ਸਾਨੂੰ ਕਿੰਨਾ ਕੁ ਭਰੋਸਾ, ਸਾਨੂੰ ਕਿੰਨੀ ਕੁ ਪ੍ਰਤੀਤ ਆ ਮਾਲਕ ਦੀ। ਹੁਣ ਜਿਉਂ ਅਸੀਂ ਸੰਗਤ ਕਰਾਂਗੇ, ਸਿਮਰਨ ਕਰਾਂਗੇ, ਅਤੇ ਤਿਉਂ ਸਾਨੂੰ ਭਰੋਸਾ ਆਉਣਾ, ਤਿਉਂ ਸਾਨੂੰ ਪ੍ਰਤੀਤ ਆਉਣਾ। ਜਿਨ੍ਹਾਂ ਨੇ ਭਰੋਸਾ ਕੀਤਾ ਗੁਰੂ ਦੇ ਉੱਤੇ, ਅਤੇ ਫਿਰ ਗੁਰੂ ਨੇ ਉਹਨਾਂ ਨੂੰ ਤਤੀ ਬਾਣੀ ਲੱਗਣ ਦਿੱਤੀ। ਜਿਵੇਂ ਆਪਾਂ ਇਤਿਹਾਸ ਵਿੱਚ ਸੁਣਦੇ ਹਾਂ ਵੀ ਐਸੇ ਗੁਰਸਿੱਖ ਹੋਏ ਜਿਵੇਂ ਬਾਬਾ ਬਿਧੀ ਚੰਦ ਜੀ। ਸੰਗਤ ਆ ਰਹੀ ਸੀ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ, ਅਤੇ ਦਰਸ਼ਨੀ ਭੇਟਾ ਦਸ਼ਾਲੇ ਲੈ ਕੇ ਆ ਰਹੀ ਸੀ। ਪਾਰਟੀ ਦਾ ਜੋ ਰਾਜਾ ਸੀ ਉਹਨੇ ਰਸਤੇ ਵਿੱਚ ਹੀ ਉਹ ਫੜ ਲਏ ਦਸ਼ਾਲੇ, ਲੈ ਕੇ ਨਹੀਂ ਜਾਣ ਦਿੱਤੇ। ਅਤੇ ਜਦੋਂ ਸੰਗਤ ਗਈ ਅਤੇ ਸੰਗਤ ਨੇ ਬੇਨਤੀ ਕੀਤੀ ਅਤੇ ਗੁਰੂ ਸਾਹਿਬ ਨੇ ਡਿਊਟੀ ਲਾਈ ਬਾਬਾ ਬਿਧੀ ਚੰਦ ਦੀ ਵੀ ਉਹ ਦਸ਼ਾਲੇ ਲੈ ਕੇ ਆਉਣਗੇ। ਉੱਥੇ ਸੰਗਤ ਲੈ ਕੇ ਆ ਰਹੀ ਸੀ, ਉਹਨਾਂ ਨੇ ਰਸਤੇ 'ਚ ਹੀ ਰੱਖ ਲਏ। ਜਦੋਂ ਪਾਰਟੀ ਸ਼ਹਿਰ ਦੇ ਵਿੱਚ ਫਿਰ ਉਹ ਗਏ ਦਸ਼ਾਲੇ ਲੈਣ ਵਾਸਤੇ, ਮਹਿਲ ਦੇ ਵਿੱਚ ਉਹ ਦਸ਼ਾਲੇ ਲੈ ਲਏ ਅਤੇ ਰੌਲਾ ਪੈ ਗਿਆ। ਜਿਹੜੇ 4 ਦਰਵਾਜ਼ੇ ਸੀ ਪੱਟੀ ਦੇ, ਉਹ ਸਾਰੇ ਦਰਵਾਜ਼ੇ ਬੰਦ ਕਰਤੇ ਵੀ ਚੋਰ ਜਿਹੜਾ ਉਹ ਬਾਹਰ ਨਾ ਨਿਕਲ ਸਕੇ। ਘਰ ਘਰ ਦੀ ਤਲਾਸ਼ੀ ਹੋਣ ਲੱਗੀ। ਉਹ ਫਿਰ ਇੱਕ ਭੱਠੇ ਵਾਲਾ ਸੀ ਭਠਿਆਰਾ, ਅਤੇ ਉਹਦੇ ਕੋਲ ਚਲੇ ਗਏ। ਬੁਰਕਾ ਪਾਇਆ ਹੋਇਆ ਉਹਨਾਂ ਨੇ, ਅਤੇ ਉਹਨੂੰ ਕਹਿੰਦੇ ਵੀ ਮੈਨੂੰ ਲੁਕਣ ਵਾਸਤੇ ਜਗ੍ਹਾ ਚਾਹੀਦੀ। ਉਹ ਕਹਿੰਦਾ ਵੀ ਤੂੰ ਕੌਣ ਹੈ? ਉਹ ਕਹਿੰਦਾ ਮੈਂ ਗੁਰਸਿੱਖ। ਉਹਨਾਂ ਨੇ ਬੁਰਕਾ ਚੁੱਕਿਆ ਅਤੇ ਉਹ ਕਹਿੰਦਾ ਵੀ ਆਪਦੇ ਗੁਰੂ 'ਤੇ ਭਰੋਸਾ ਤੈਨੂੰ, ਗੁਰੂ 'ਤੇ ਪੂਰਾ ਭਰੋਸਾ। ਉਹ ਫਿਰ ਕਹਿੰਦਾ ਵੀ ਮੇਰੇ ਕੋਲ ਹੋਰ ਤਾਂ ਕੋਈ ਹੈ ਨਹੀਂ, ਵੀ ਆਹ ਭੱਠ ਹੈ, ਵੀ ਜੇ ਤੈਨੂੰ ਗੁਰੂ 'ਤੇ ਭਰੋਸਾ ਤਾਂ ਇਹਦੇ 'ਚ ਵੜ ਜਾ। ਉਹਨਾਂ ਨੇ ਫਿਰ ਆਖਿਆ ਵੀ ਕੜਾਹੀਆ ਚੁੱਕ ਦੇ ਵਿੱਚ ਛਾਲ ਮਾਰੀ ਅਤੇ ਆਖਿਆ ਵੀ ਹੁਣ ਅੱਗ ਡਾਈ ਚੱਲੀ। ਉਹਨੂੰ ਕਹਿੰਦੇ ਵੀ ਗੁਰੂ 'ਤੇ ਭਰੋਸਾ, ਅਤੇ ਉਹਨਾਂ ਨੂੰ ਭਰੋਸਾ ਸੀ। ਅਤੇ ਛੇਵੇਂ ਪਾਤਸ਼ਾਹ ਭਾਈ ਕੀ ਡਰੋਲੀ ਬੈਠੇ, ਅਤੇ ਉੱਥੇ ਹੀ ਉਹਨਾਂ ਨੇ ਸ਼ਬਦ ਰੱਖੇ ਚੱਕਰਪਨੱਥ, ਤਤੀ ਬਾਣੀ ਲੱਗੀ। ਜਦੋਂ ਘਰ ਘਰ ਦੀ ਤਲਾਸ਼ੀ ਹੋ ਹਟੀ ਅਤੇ ਫਿਰ ਉਹ ਭੱਠੇ ਵਾਲੇ ਨੇ ਆਖਿਆ ਵੀ ਹੁਣ ਦਰਵਾਜ਼ੇ ਖੁੱਲ੍ਹ ਗਏ ਨੇ, ਅਤੇ ਬਾਹਰ ਆ ਕੇ ਜੇ ਉਹਨਾਂ ਨੂੰ ਗੁਰੂ 'ਤੇ ਭਰੋਸਾ ਨਾ ਹੁੰਦਾ, ਪਹਿਲਾਂ ਤਾਂ ਉਹ ਛਾਲ ਹੀ ਨਹੀਂ ਸੀ ਮਾਰਦੇ ਭੱਠ ਦੇ ਵਿੱਚ, ਕਿਉਂਕਿ ਉਹਨਾਂ ਨੂੰ ਗੁਰੂ 'ਤੇ ਭਰੋਸਾ ਸੀ। ਅਤੇ ਉਹਨਾਂ ਨੇ ਇਸੇ ਕਰਕੇ ਛਾਲ ਮਾਰੀ ਅਤੇ ਗੁਰੂ ਨੇ ਤਤੀ ਬਾਣੀ ਲੱਗਣ ਦਿੱਤੀ। ਹੁਣ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਵੀ ਸਾਰਾ ਖੇਲ ਹੈ ਭਰੋਸੇ ਦਾ। ਬਈ ਉਹਨਾਂ ਗੁਰਸਿੱਖਾਂ ਨੂੰ ਤਾਂ ਇੰਨਾ ਭਰੋਸਾ ਸੀ। ਹੁਣ ਆਪਾਂ ਆਪਦਾ ਦੇਖੀਏ ਵੀ ਸਾਨੂੰ ਕਿੰਨਾ ਕੁ ਭਰੋਸਾ, ਸਾਨੂੰ ਕਿੰਨੀ ਕੁ ਪ੍ਰਤੀਤ। ਹੁਣ ਜੇ ਅਸੀਂ ਚਿੰਤਾ ਕਰਦੇ ਹਾਂ, ਫਿਕਰ ਕਰਦੇ ਹਾਂ, ਇਹਦਾ ਮਤਲਬ ਵੀ ਸਾਨੂੰ ਭਰੋਸਾ ਨਹੀਂ। ਤਾਂਹੀਓ ਅਸੀਂ ਚਿੰਤਾ ਕਰਦੇ, ਤਾਂਹੀਓ ਅਸੀਂ ਫਿਕਰ ਕਰਦੇ। ਜੇ ਸਾਨੂੰ ਭਰੋਸਾ ਹੋਵੇ ਪਰਮਾਤਮਾ 'ਤੇ, ਜੇ ਸਾਨੂੰ ਭਰੋਸਾ ਹੋਵੇ ਗੁਰੂ ਦੇ ਬਚਨਾਂ 'ਤੇ, ਫਿਰ ਗੁਰਬਾਣੀ ਗੁਰੂ ਦਾ ਸਾਨੂੰ ਬੜਾ ਸਪਸ਼ਟ ਕਹਿੰਦੇ ਵੀ ਤੁਹਾਡੀ ਚਿੰਤਾ ਕੀਤੀ ਹੋਈ ਤੁਹਾਨੂੰ ਦੁਖੀ ਤਾਂ ਕਰ ਦੇਗੀ, ਤੁਹਾਡਾ ਸਬਰ ਨਾ ਕੁਛ। ਬਈ ਚਿੰਤਾ ਜਿਹੜੀ ਉਹ ਤਾਂ ਸਭ ਦੀ ਮਾਲਕ ਨੂੰ ਹੈ, ਪਰਮਾਤਮਾ ਨੂੰ ਹੈ, ਜਿਹਨੇ ਸਭ ਨੂੰ ਪੈਦਾ ਕੀਤਾ। ਸੋ ਕਰਤਾ ਚਿੰਤਾ ਕਰੇ ਜੈ ਨਾ ਪਾਇਆ ਜਗ।
ਮਹਾਰਾਜ ਤਾਂ ਸਾਨੂੰ ਕਹਿੰਦੇ ਵੀ ਚਿੰਤਾ ਪਰਮਾਤਮਾ ਨੂੰ ਤੁਸੀਂ ਕਾਹਦੀ ਚਿੰਤਾ ਕਰਦੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਹੁਣ ਜਦੋਂ ਸਾਨੂੰ ਗੁਰੂ ਦੇ ਬਚਨਾਂ 'ਤੇ ਭਰੋਸਾ ਨਹੀਂ, ਸਾਨੂੰ ਪ੍ਰਤੀਤ ਨਹੀਂ, ਤੇ ਅਸੀਂ ਫਿਰ ਵੀ ਚਿੰਤਾ ਕਰਦੇ, ਫਿਰ ਵੀ ਫਿਕਰ ਕਰਦੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਸਾਰਾ ਖੇਲ ਇਹ ਭਰੋਸੇ ਦਾ। ਭਰੋਸਾ ਸਾਨੂੰ ਤਾਂ ਆਉਣਾ ਜੇ ਅਸੀਂ ਅਭਿਆਸ ਕਰਾਂਗੇ, ਜੇ ਅਸੀਂ ਸਿਮਰਨ ਕਰਾਂਗੇ, ਜੇ ਅਸੀਂ ਸਤ ਸੰਗਤ ਕਰਾਂਗੇ, ਅੰਤਰਮੁਖੀ ਹੋਵਾਂਗੇ, ਤੇ ਉਹਦੇ ਸਾਡਾ ਭਰੋਸਾ ਵੱਜਣ। ਜੇ ਅਸੀਂ ਨਹੀਂ ਸਤ ਸੰਗਤ ਕਰਦੇ, ਨਹੀਂ ਸਿਮਰਨ ਕਰਦੇ, ਫਿਰ ਸਾਨੂੰ ਭਰੋਸਾ ਨਹੀਂ ਆਉਂਦਾ। ਫਿਰ ਤਾਂ ਜਿਵੇਂ ਆਮ ਜੀਵ ਕਹਿ ਦਿੰਦੇ ਵੀ ਰੱਬ ਨੇ ਕਿਹੜਾ ਮੂੰਹ 'ਚ ਪਾਉਣਾ ਜੀ। ਹੁਣ ਉਹਨਾਂ ਨੂੰ ਇਹ ਨਹੀਂ ਪਤਾ ਵੀ ਰੱਬ ਜੀ ਦਾ ਮੂੰਹ ਦੇ ਵਿੱਚ ਪਾਉਂਦਾ। ਸਵਾਸ ਸਾਡੇ ਮੁੱਖ ਦੇ ਵਿੱਚ ਕੌਣ ਪਾ ਰਿਹਾ? ਉਹੀ ਤਾਂ ਪਾ ਰਿਹਾ। ਜੇ ਉਹ ਸਵਾਸ ਹੀ ਨਾ ਪਾਵੇ ਤਾਂ ਸਾਡਾ ਤਾਂ ਖੇਲ ਉਦੋਂ ਹੀ ਖਤਮ ਹੋ ਜਾਣਾ। ਵੀ ਆਪਣਾ ਜਿਹੜਾ ਜੀਵਨ, ਜੋ ਅਸੀਂ ਕਹਿੰਦੇ ਹਾਂ ਵੀ ਸਾਡਾ ਪਰਿਵਾਰ, ਸਾਡਾ ਕੰਮਕਾਰ ਜੀ, ਸਾਡੇ ਧੀਆਂ ਪੁੱਤਰ ਨੇ, ਹੌੜੇ ਤਾਂ ਹੀ ਸਾਰਾ ਕੁਛ ਜੇ ਸਾਨੂੰ ਸਾਹ ਆ ਰਹੇ ਨੇ। ਜੇ ਸਾਨੂੰ ਸਵਾਸ ਹੀ ਨਾ ਆਵੇ ਤਾਂ ਸਾਡਾ ਖੇਲ ਉਦੋਂ ਹੀ ਖਤਮ ਹੋ ਜਾਣਾ, ਸਮਾਪਤ ਹੋ ਜਾਣਾ। ਮਹਾਰਾਜ ਤਾਈਓ ਫਰਮਾਉਂਦੇ, ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਨਾਨਕ ਬੈਨਵੇ ਤਿਸੇ ਸਰੀਵੋ ਜਾ ਕੇ ਜੀ ਪ੍ਰਾਣਾ। ਵੀ ਜਿਹੜਾ ਮਾਲਕ ਸਾਨੂੰ ਸਵਾਸ ਦੇ ਰਿਹਾ, ਉਹੀ ਤਾਂ ਸਾਨੂੰ ਸਾਰਾ ਕੁਛ ਦੇ ਰਿਹਾ। ਹੁਣ ਆਪਾਂ ਨੂੰ ਕਹਿੰਦੇ ਵੀ ਜੇ ਤੁਸੀਂ ਕਿਸੇ ਨੂੰ ਸਵਾਸ ਦੇ ਕੇ ਨਹੀਂ ਜਿਉਂਦਾ ਰੱਖ ਸਕਦੇ, ਫਿਰ ਇਹ ਤੁਸੀਂ ਮਤ ਭਰਮ ਦੇ ਵਿੱਚ ਰਹੋ ਵੀ ਤੁਸੀਂ ਕਿਸੇ ਨੂੰ ਕੁਝ ਹੋਰ ਵੀ ਦੇ ਸਕਦੇ। ਜੋ ਮਾਲਕ ਸਾਨੂੰ ਸਵਾਸ ਦੇ ਰਿਹਾ, ਉਹੀ ਸਾਨੂੰ ਸਾਰਾ ਕੁਛ ਦੇ ਰਿਹਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੀਵਾਂ ਨੂੰ ਮਾਲਕ ਬਾਅਦ 'ਚੋਂ ਪੈਦਾ ਕਰਦਾ। ਜਿਹੜਾ ਉਹਨਾਂ ਦਾ ਰਿਜ਼ਕ ਹੈ ਉਹ ਪਹਿਲਾਂ ਭੇਜ ਦਿੰਦਾ। ਜੀ ਜੰਤ ਸਭ ਪਾਸ਼ੇ ਕਰਿਆ, ਪ੍ਰਥਮੇ ਰਿਜ਼ਕ ਸਵਾਹਾ ਹੈ। ਹੁਣ ਜਦੋਂ ਬੱਚਾ ਛੋਟਾ ਹੁੰਦਾ, ਮਾਂ ਪਿਓ ਦੀ ਡਿਊਟੀ ਲਾ ਦਿੰਦਾ। ਖਵਾਉਣਾ ਉਹਦਾ ਹੀ ਹੈ ਬੱਚੇ ਦਾ, ਕਿਉਂਕਿ ਮਾਲਕ ਨੇ ਪਹਿਲਾਂ ਹੀ ਭੇਜਿਆ ਹੋਇਆ, ਇੰਤਜ਼ਾਮ ਕੀਤਾ ਹੋਇਆ। ਸਿਰਫ ਡਿਊਟੀ ਲਾ ਦਿੰਦਾ ਵੀ ਤੁਸੀਂ ਖਵਾਓ। ਜੇ ਹੁਣ ਅਸੀਂ ਗੁਰਬਾਣੀ ਗੁਰੂ ਨੂੰ ਮੰਨਦੇ ਹਾਂ, ਫਿਰ ਅਸੀਂ ਇਹ ਸਮਝਾਂਗੇ ਵੀ ਸਾਡੀ ਮਾਲਕ ਨੇ ਡਿਊਟੀ ਲਾਈ ਹੈ, ਅਤੇ ਅਸੀਂ ਕਿਹੜਾ ਪੱਲਿਓਂ ਕੁਝ ਦੇਣਾ ਆਪਦੇ, ਵੀ ਉਹਦਾ ਹੀ ਭੇਜਿਆ ਹੋਇਆ, ਉਹਨੇ ਹੀ ਦੇਣਾ। ਫਿਰ ਜਦੋਂ ਬੱਚੇ ਵੱਡੇ ਹੋ ਜਾਂਦੇ, ਮਾਂ ਪਿਓ ਬਜ਼ੁਰਗ ਹੋ ਜਾਂਦੇ, ਜੇ ਬੱਚਿਆਂ ਨੂੰ ਗਿਆਨ ਹੋਏ, ਜੇ ਉਹ ਸਤ ਸੰਗਤ ਕਰਦੇ ਹੋਣਗੇ, ਗੁਰਬਾਣੀ ਗੁਰੂ ਦੇ ਲੜ ਲੱਗੇ ਹੋਣਗੇ, ਫਿਰ ਉਹ ਸਮਝਣਗੇ ਵੀ ਹੁਣ ਸਾਡਾ ਫਰਜ਼ ਬਣਦਾ, ਵੀ ਹੁਣ ਸਾਡੀ ਡਿਊਟੀ ਵੀ ਖਵਾਉਣਾ ਇਹਨਾਂ ਦਾ ਹੀ ਹੈ, ਬਜ਼ੁਰਗਾਂ ਦਾ ਹੀ, ਮਾਂ ਪਿਓ ਦਾ, ਉਹਨਾਂ ਦਾ ਹੀ ਮਾਲਕ ਨੇ ਪਹਿਲਾਂ ਭੇਜਿਆ ਹੋਇਆ। ਵੀ ਹੁਣ ਸਾਡੀ ਡਿਊਟੀ ਲਾ ਦਿੱਤੀ, ਹੁਣ ਅਸੀਂ ਇਹਨਾਂ ਨੂੰ ਖਵਾਈਏ, ਹੁਣ ਅਸੀਂ ਇਹਨਾਂ ਦੀ ਸੇਵਾ ਕਰੀਏ। ਫਿਰ ਉਹ ਮਾਂ ਪਿਓ ਨੂੰ ਬੋਝ ਨਹੀਂ ਮੰਨਣਗੇ। ਜੇ ਜੀਵ ਨਹੀਂ ਸਤ ਸੰਗਤ ਕਰਦਾ, ਫਿਰ ਉਹ ਬੋਝ ਮੰਨਦਾ। ਫਿਰ ਆਪਾਂ ਦੇਖਦੇ ਸੰਸਾਰ ਦੇ ਵਿੱਚ ਹਾਲਤ, ਬਈ ਮਾਂ ਪਿਓ ਜਦੋਂ ਬਜ਼ੁਰਗ ਹੋ ਜਾਂਦੇ, ਮਾਂ ਪਿਓ ਨੂੰ ਘਰੋਂ ਕੱਢ ਦਿੰਦੇ। ਫਿਰ ਉਹਨਾਂ ਵਾਸਤੇ ਬਿਰਧ ਆਸ਼ਰਮ ਬਣੇ ਹੋਏ ਨੇ, ਉੱਥੇ ਛੱਡੇ ਹੁੰਦੇ। ਔਰ ਇਹ ਸਾਰਾ ਕੁਛ ਤਾਂ ਹੀ ਹੈ ਕਿਉਂਕਿ ਸਾਨੂੰ ਭੇਦ ਨਹੀਂ, ਸਾਨੂੰ ਭਰੋਸਾ ਨਹੀਂ। ਪਰਮਾਤਮਾ 'ਤੇ ਸਾਨੂੰ ਯਕੀਨ ਨਹੀਂ ਹੈ ਵੀ ਜਿਹਨੇ ਜੀਵਨ ਨੂੰ ਪੈਦਾ ਕੀਤਾ, ਉਹਨੇ ਉਹਦਾ ਰਿਜ਼ਕ ਵੀ ਦਿੱਤਾ ਹੋਇਆ ਸਾਰਾ ਕੁਛ। ਜੇ ਹੁਣ ਅਸੀਂ ਗੁਰਬਾਣੀ ਗੁਰੂ ਨੂੰ ਮੰਨਾਂਗੇ, ਜੇ ਅਸੀਂ ਆਪ ਮੰਨਦੇ ਹੋਵਾਂਗੇ, ਪਹਿਲਾਂ ਸਾਨੂੰ ਗਿਆਨ ਹੋਏਗਾ, ਸੋਝੀ ਹੋਏਗੀ ਆਪ ਨੂੰ, ਫਿਰ ਉਹੀਓ ਗਿਆਨ ਸੋਝੀ ਆਪਾਂ ਆਪਦੇ ਬੱਚਿਆਂ ਨੂੰ ਦੇਵਾਂਗੇ, ਅਤੇ ਉਹਨਾਂ ਦਾ ਫਿਰ ਜੀਵਨ ਜਿਹੜਾ ਉਹ ਸੁਖੀ ਰਹਿਣਗੇ ਆਪਦੇ ਜੀਵਨ ਦੇ ਵਿੱਚ। ਉਹਨਾਂ ਦਾ ਜਿਹੜਾ ਮਨ ਹੈ ਉਹ ਮਨ ਦੁਖੀ ਨਹੀਂ ਹੋਏਗਾ, ਮਨ ਅਸ਼ਾਂਤ ਨਹੀਂ ਹੋਏਗਾ।
ਜੇ ਹੁਣ ਅਸੀਂ ਆਪ ਹੀ ਨਹੀਂ ਗੁਰਬਾਣੀ ਗੁਰੂ ਦੇ ਲੜ ਲੱਗੇ, ਸਾਨੂੰ ਆਪ ਨੂੰ ਹੀ ਸੋਝੀ ਨਹੀਂ, ਆਪ ਨੂੰ ਇੰਨੀ ਭੇਤ, ਫਿਰ ਅਸੀਂ ਅੱਗੇ ਬੱਚਿਆਂ ਨੂੰ ਨਹੀਂ ਦੇਵਾਂਗੇ ਅਤੇ ਫਿਰ ਉਹਨਾਂ ਦਾ ਜਿਹੜਾ ਜੀਵਨ ਆਉਣ ਵਾਲਾ ਭਵਿੱਖ ਉਹ ਬਹੁਤ ਦੁਖੀ ਹੋਣਗੇ। ਸੰਸਾਰ ਦਾ ਅਸੀਂ ਕਿੰਨਾ ਵੀ ਉਹਨਾਂ ਵਾਸਤੇ ਇਕੱਠਾ ਕਰ ਲਈਏ, ਅਰਬਾਂ ਖਰਬਾਂ ਇਕੱਠੇ ਕਰਕੇ ਰੱਖ ਦਈਏ, ਫਿਰ ਵੀ ਉਹਨਾਂ ਦੇ ਮਨਾਂ ਨੂੰ ਸੁੱਖ ਨਹੀਂ ਹੋਏਗਾ। ਉਹਨਾਂ ਦੇ ਜਿਹੜੇ ਮਨ ਨੇ ਉਹ ਮਨ ਦੁਖੀ ਰਹਿਣਗੇ, ਮਨ ਅਸ਼ਾਂਤੀ ਰਹਿਣਗੇ, ਅਤੇ ਉਹ ਆਪਾਂ ਨੂੰ ਫਿਰ ਵੀ ਧਰਕਾਰਾਂ ਹੀ ਪਾਉਣਗੇ ਵੀ ਤੁਸੀਂ ਸਾਡੇ ਲਈ ਕੀਤਾ ਕੀ। ਅੱਗੇ ਉਹਨਾਂ ਦਾ ਮਨ ਦੁਖੀ ਹੈ, ਮਨ ਅਸ਼ਾਂਤ ਹੈ, ਉਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ। ਜੇ ਉਹਨਾਂ ਦੇ ਮਨ ਨੂੰ ਸ਼ਾਂਤੀ ਹੋਏਗੀ, ਸੰਸਾਰੀ ਚਾਹੇ ਅਸੀਂ ਘੱਟ ਵੀ ਉਹਨਾਂ ਲਈ ਇਕੱਠਾ ਕੀਤਾ ਸੰਸਾਰ ਦੀਆਂ ਸੁੱਖ ਸਹੂਲਤਾਂ, ਪਰ ਫਿਰ ਵੀ ਉਹਨਾਂ ਦੇ ਮਨ ਦੇ ਵਿੱਚੋਂ ਸ਼ੁਕਰਾਨਾ ਹੀ ਨਿਕਲੇਗਾ, ਕਿਉਂਕਿ ਜਿਹੜਾ ਮਨ ਸੁਖੀ ਹੈ, ਹਿਰਦਾ ਸੁਖੀ ਹੈ, ਉਹਦੇ ਮਨ ਨੂੰ ਸਬਰ ਹੈ, ਉਹਦੇ ਮਨ ਨੂੰ ਸੰਤੋਖ ਹੈ, ਉਹਨੇ ਥੋੜ੍ਹੇ ਦੇ ਵਿੱਚ ਵੀ ਸੁਖੀ ਹੋ ਜਾਣਾ। ਜਿਹੜਾ ਮਨਮੁਖ ਹੈ ਉਹਨੂੰ ਸੰਸਾਰ ਦਾ ਕਿੰਨਾ ਵੀ ਇਕੱਠਾ ਕਰ ਲਏ, ਉਹਨੇ ਫਿਰ ਵੀ ਦੁਖੀ ਦਾ ਦੁਖੀ ਹੀ ਰਹਿਣਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਾਡੇ ਜੀਵਨ ਦੀ ਜਾਂਚ ਦੱਸੀ ਸਤਿਗੁਰਾਂ ਗੁਰਬਾਣੀ ਗੁਰੂ ਰਾਹੀਂ ਵੀ ਕਿਵੇਂ ਅਸੀਂ ਆਪਣਾ ਜਿਹੜਾ ਜੀਵਨ ਹੈ ਜੀਵਨ ਬਤੀਤ ਕਰੀਏ। ਵੀ ਇਹਨਾਂ ਦਾ ਆਪਾਂ ਨੂੰ ਸਤ ਸੰਗਤ ਕਰਕੇ ਪਤਾ ਲੱਗ ਜਾਂਦਾ ਵੀ ਸਾਨੂੰ ਜੀਵਨ ਮਿਲਿਆ, ਅਤੇ ਇੱਕ ਦਿਨ ਸਾਡਾ ਸਮਾਂ ਖਤਮ ਹੋ ਜਾਣਾ, ਅਸੀਂ ਇੱਥੋਂ ਚਲੇ ਜਾਣਾ ਸੰਸਾਰ ਦੇ ਵਿੱਚ। ਜਨਮ ਹੈ ਅਤੇ ਮੌਤ ਵੀ। ਹੌਲੇ ਜਨਮ ਤੋਂ ਲੈ ਕੇ ਮੌਤ ਤੱਕ ਦਾ ਜਿਹੜਾ ਸਾਡਾ ਸਫ਼ਰ ਹੈ, ਜਿਹੜਾ ਅਸੀਂ ਇੱਥੇ ਜ਼ਿੰਦਗੀ ਲੰਘਾਉਣੀ ਹੈ, ਹੁਣ ਉਹ ਅਸੀਂ ਸਫ਼ਰ ਕਿਵੇਂ ਲੰਘਾਈਏ, ਉਹ ਫਿਰ ਆਪਾਂ ਸਤਿਗੁਰਾਂ ਤੋਂ ਆਪਦੇ ਜੀਵਨ ਦੀ ਜਾਂਚ, ਜਿਉਣ ਦੀ ਜੁਗਤੀ ਢੰਗ ਤਰੀਕਾ ਉਹ ਸਿੱਖਣਾ ਹੁੰਦਾ। ਮਹਾਰਾਜ ਇਸ ਲਈ ਫਰਮਾਉਂਦੇ, ਮਤ ਵਿੱਚ ਮਰਨ ਜੀਵਨ ਹੋਰ ਕੈਸਾ, ਜਾ ਜੀਵਾਂ ਤਾਂ ਜੁਗਤ ਨਹੀਂ। ਬਈ ਜੇ ਸਾਨੂੰ ਜਿਉਣ ਦੀ ਜੁਗਤੀ ਨਹੀਂ ਆਉਂਦੀ, ਅਸੀਂ ਨਹੀਂ ਸਿੱਖਿਆ ਸਤਿਗੁਰਾਂ ਤੋਂ, ਫਿਰ ਸਾਡਾ ਜਿਹੜਾ ਜੀਵਨ ਉਹ ਕਲਾ ਕਲੇਸ਼ ਵਾਲਾ ਹੁੰਦਾ। ਫਿਰ ਸਾਡੇ ਮਨ 'ਚ ਕਲੇਸ਼, ਸਾਡੇ ਤਨ 'ਚ ਕਲੇਸ਼, ਸਾਡੇ ਪਰਿਵਾਰ 'ਚ ਕਲੇਸ਼, ਫਿਰ ਅੱਗੇ ਸਮਾਜ ਦੇ ਵਿੱਚ ਕਲਾ ਕਲੇਸ਼। ਹੁਣ ਮਹਾਰਾਜ ਕਹਿੰਦੇ ਵੀ ਇਹ ਕਲਾ ਕਲੇਸ਼ ਜਿਹੜਾ ਇਹਦੇ ਵਿੱਚ ਦੁੱਖ ਹੀ ਦੁੱਖ ਹੈ। ਦੁਰਮਤ ਦੀ ਅਗਨ ਦੇ ਵਿੱਚ ਫਿਰ ਸਾਰਾ ਜੱਗ ਸੜਦਾ। ਦੁਰਮਤ ਅਗਨ ਜਗਤ ਪਰ ਜਾਰੀ, ਵੀ ਇਹ ਦੁਰਮਤ ਦੀ ਅਗਨ 'ਚ ਸਾਰਾ ਜੱਗ ਸੜਦੇ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਜੇ ਤੁਸੀਂ ਇਹ ਕਲਾ ਕਲੇਸ਼ ਨੂੰ ਖਤਮ ਕਰਨਾ ਚਾਹੁੰਦੇ, ਤੁਸੀਂ ਸੁਖੀ ਹੋਣਾ ਚਾਹੁੰਦੇ ਹੋ, ਜਿਵੇਂ ਹੁਣ ਆਪਾਂ ਸੌਖੀ ਮੰਗਦੇ ਇੱਥੇ ਆ ਕੇ, ਕੋਈ ਵੀ ਜੀਵ ਕਿਸੇ ਨੂੰ ਵੀ ਮੰਨਦਾ ਅਤੇ ਕਿਤੇ ਵੀ ਜਾਂਦਾ ਉਹ ਸੌਖੀ ਮੰਗਦਾ, ਉਹ ਦੁੱਖ ਤਾਂ ਮੰਗਦਾ ਨਹੀਂ। ਹੁਣ ਆਪਾਂ ਗੁਰੂ ਘਰ ਉਹਨੇ ਇੱਥੇ ਆ ਕੇ ਸੁੱਖ ਮੰਗਦੇ ਹਾਂ, ਮਹਾਰਾਜ ਸੁੱਖ ਰੱਖੀ। ਹੁਣ ਜਿਹੜਾ ਅਸੀਂ ਇਹ ਸੁੱਖ ਮੰਗਦੇ ਹਾਂ, ਮਹਾਰਾਜ ਕਹਿੰਦੇ ਵੀ ਜੇ ਤੁਸੀਂ ਸੁਖੀ ਹੋਣਾ ਤਾਂ ਫਿਰ ਸਿਮਰਨ ਕਰ। ਸੁਖੀ ਹੋਣ ਦਾ ਹੋਰ ਕੋਈ ਤਰੀਕਾ ਨਹੀਂ। ਜੇ ਤੁਸੀਂ ਵਾਕਈ ਸੁਖੀ ਹੋਣਾ ਚਾਹੁੰਦੇ ਹੋ, ਜੇ ਤੁਸੀਂ ਸੁੱਖ ਭਾਲਦੇ ਹੋ, ਤਾਂ ਫਿਰ ਤੁਸੀਂ ਸਿਮਰਨ ਕਰੋ। ਸਿਮਰਨ ਕਰਕੇ ਤੁਹਾਡਾ ਕਾਲਾ ਕਲੇਸ਼ ਖਤਮ ਹੋ ਜਾਏਗਾ ਅਤੇ ਤੁਸੀਂ ਸੁਖੀ ਹੋ ਜਾਓਗੇ। ਮਹਾਰਾਜ ਫਰਮਾਉਂਦੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਹੁਣ ਜੇ ਤਾਂ ਅਸੀਂ ਸਿਮਰਨ ਕਰਾਂਗੇ ਅਤੇ ਫਿਰ ਤਾਂ ਸਾਨੂੰ ਸੁੱਖ ਮਿਲੇਗਾ ਹੀ ਮਿਲੇਗਾ, ਕਿਉਂਕਿ ਗੁਰੂ ਸਾਹਿਬ ਨੇ ਮੋਹਰ ਲਾਈ। ਜੇ ਹੁਣ ਅਸੀਂ ਗੁਰੂ ਦਾ ਕਹਿਣਾ ਹੀ ਨਹੀਂ ਮੰਨਣਾ, ਉਹਦਾ ਮੰਗੀ ਜਾਂਦੇ ਵੀ ਸੁੱਖ ਦੇਵੋ ਜੀ, ਮਹਾਰਾਜ ਕਹਿੰਦੇ ਸਿਮਰਨ ਕਰੋ, ਅਤੇ ਉਹ ਅਸੀਂ ਕਰਨਾ ਨਹੀਂ, ਫਿਰ ਅਸੀਂ ਕਿਵੇਂ ਸੁਖੀ ਹੋਵਾਂਗੇ। ਇਹ ਤਾਂ ਇਸ ਤਰ੍ਹਾਂ ਹੋ ਗਿਆ ਵੀ ਜਿਵੇਂ ਇੱਕ ਪਰਿਵਾਰ ਦਾ ਮੁਖੀ ਹੁੰਦਾ, ਜਿਵੇਂ ਬਜ਼ੁਰਗ ਹੁੰਦੇ, ਅਤੇ ਉਹ ਬਜ਼ੁਰਗ ਜੋ ਕਹਿਣ ਉਹ ਅਸੀਂ ਕਰੀਏ ਨਾ, ਉਹਨਾਂ ਦਾ ਕਹਿਣਾ ਮੰਨੀਏ, ਤਾਂ ਉਹਦਾ ਕਹੀ ਚੱਲੀਏ ਅਸੀਂ ਤੁਹਾਨੂੰ ਬੜਾ ਮੰਨਦੇ ਹਾਂ ਜੀ, ਅਸੀਂ ਤੁਹਾਨੂੰ ਬੜਾ ਪਿਆਰ ਕਰਦੇ, ਅਤੇ ਉਹ ਕਹਿਣ ਪੁੱਤ ਆਹ ਕੰਮ ਕਰ ਲਾ, ਅਤੇ ਅਸੀਂ ਉਹ ਨਹੀਂ ਕਰਨਾ ਜੀ।
फिर वो असी काहदा मनते हैं, फिर वो असी काहदा प्यार करते हैं। प्यार तो यही हुंदा ना भी आखे लगना, भी कहना मनना। हौली इसे तरह ही फिर आपां नूं गुरु साहब समझाउंदे भी जे तुसीं सुख लैना तो तुसीं सिमरन कर, ते जे असी करदे नहीं फिर असी फिर आ जाने भी सुख दबो जी। तो महाराज फिर वही कहते भी सुख लेना तो सिमरन कर। हौली इस करके फिर सानू इस वास्ते च कहते गुर कहे आसा कार कमावो, गुर की करनी काहे धावो। बई जे तुसीं सुखी होना तो गुरु जिहड़ी तुहानूं कार करन नूं कह रहे भी सिमरन करो, तो तुसीं वो गुरु दा कहना तो मनदे क्यों नहीं? बई तुसीं सिमरन क्यों नहीं करदे, क्यों नहीं सत्संगत करदे? तो जदों करांगे तो सानूं सुख मिलेगा ही मिलेगा। हौली इस वास्ते फिर कहते भी जगत दे विच जीव ऐसे जवारी देखे ने, सुख सारी मंगदे। जे उन्होंने कहीए भी सुख लेना तो संगत करो, सिमरन करो, तो वो नहीं करना। उदा सानू सुख चाहिए जी। फिर महाराज ताइयों इसी वास्ते च फरमाउंदे ऐसा जग देखे अजवारी, सब सुख मांगे नाम बसारी। बई सुख सारे मंगते, नाम नूं वसार के, ते नाम तो बिना सुख कित्थे? बई सुख असी भालते हैं तो सुख महाराज कहते नाम तो बिना तो है ही नहीं। असी सारा जगत देख लिए, डिठा सब संसार सुख न नाम बिन, तन धन होशी शार जाने कोई जन। बई ये तो जड़ियाँ असी संसार दीयां मंगां मंगदे, ये तो तन ने भी खत्म हो जाना, शरीर ने। ਇਹਦੀਆਂ ਜਿਹੜੀਆਂ ਅਸੀਂ ਮੰਗਾਂ ਮੰਗਦੇ ਇਹ ਵੀ ਸਾਰਾ ਕੁਛ ਇੱਥੇ ਦਾ ਇੱਥੇ ਹੀ ਰਹਿ ਜਾਣਾ, ਧਰੇ ਦਾ ਧਰੇ। ਵੀ ਇਹਦੇ ਨਾਲ ਤਾਂ ਨਹੀਂ ਸਾਨੂੰ ਸੁੱਖ ਮਿਲਣਾ। ਸੁੱਖ ਤਾਂ ਮਨ ਦਾ ਹੁੰਦਾ, ਅਤੇ ਮਨ ਨੂੰ ਸੁੱਖ ਤਾਂ ਮਿਲਣਾ ਜੇ ਮਨ ਆਪਣੇ ਘਰ ਜਾਏਗਾ। ਮਨ ਨੂੰ ਸੁੱਖ ਤਾਂ ਮਿਲਣਾ ਜਿਹੜੀ ਮਨ ਨੂੰ ਸਤਿਗੁਰੂ ਕਾਰ ਕਰਨ ਨੂੰ ਕਹਿ ਰਹੇ, ਜੇ ਉਹ ਕਾਰ ਕਮਾਏਗਾ फिर मन में शांति आनी, फिर इन्हूं सुख मिलना। हौली इस वास्ते फिर कहते भी सच्चा सतगुरु फिर की करे जे सिखा ने कहना ही नहीं मनना। बई जिहड़े कार्य सानूं सतगुरु कह रहे करन, जे असीं उहनूं कार ना कमाईए फिर इहदे विच सतगुर दा कोई दोष नहीं। जे असीं आखीए भी साडे मन नूं शांति नहीं जी, सानू सुख नहीं है जी, तो महाराज कहते फिर सच्चा सतगुरु की करे जो तुसीं कहना तो मनदे नहीं। महाराज फरमाउंदे कबीर सच्चा सतगुरु क्या करे, जद सिखा माहे चूक, आंदे एक न लगे ज्यों बांस बजाइए फूक। ये सच्चा सतगुरु की करे जे हुण सिखा ने आखे नहीं लगना, कहना नहीं मनना। ਜਿਹੜੀਆਂ ਰਹਿਤਾਂ ਸਾਨੂੰ ਸਤਿਗੁਰੂ ਦੱਸ ਰਹੇ, ਜੇ ਅਸੀਂ ਉਹਨਾਂ ਦੀਆਂ ਰੱਸੀਆਂ ਹੋਈਆਂ ਰਹਿਤਾਂ ਰੱਖੀਏ, ਜਿਹੜੀ ਸਾਨੂੰ ਕਾਰ ਕਰਨ ਨੂੰ ਕਹਿ ਰਹੇ ਸਿਮਰਨ ਕਰਨ ਨੂੰ, ਜੇ ਅਸੀਂ ਸਿਮਰਨ ਕਰੀਏ ਤਾਂ ਫਿਰ ਅਸੀਂ ਸੁਖੀ ਹੋਈਏ ਕਿਵੇਂ ਨਾ। ਮਹਾਰਾਜ ਤਾਂ ਸਾਨੂੰ ਫਿਰ ਇਸ ਲਈ ਸਮਝਾਉਂਦੇ ਵੀ ਜੇ ਤੁਸੀਂ ਜੀਵਨ ਦਾ ਲਾਹਾ ਖੱਟਣਾ, ਜੇ ਤੁਸੀਂ ਆਪਦੇ ਜੀਵਨ ਦਾ ਮਕਸਦ ਪੂਰਾ ਕਰਨਾ, फिर तुसीं सतगुरां दी दसी हुई कार कमावो। हुण वो अपने ते मनसर है भी असीं किन्नी कुं कमाउने, किन्ना कुं मंनदे हां असीं। क्योंकि जे इस गल तो सानूं सतगुरु रोकदे, जे सानूं वर्जित करदे, वो साडे भले वास्ते। जे हुण आपां नूं वो कहिंदे भी किसी दी निंदिया ना करो, उहदे च अपना ही भला। क्योंकि जे असी निंदिया करांगे तो साडे मन नूं मैल लगनी, सानूं सज़ा मिलनी। वो साडे भले वास्ते सानूं कह रहे निंदा भली किसी की ना ही मनमुख मुग्ध करन, मूँह काले तना निंदका नर के घोर पवन। महाराज कहते भी मनमुख ना बनो, निंदिया करके मूर्ख ना बनो, भी आपदा मूँह काला ना कराओ।
ਵੀ ਜਿਹਦੀ ਸਾਨੂੰ ਸਜ਼ਾ ਮਿਲਣੀ, ਇਸ ਕਰਕੇ ਫਿਰ ਸਾਨੂੰ ਵਰਜਿਤ ਕਰਦੇ ਵੀ ਇਹ ਕੰਮ ਨਾ ਕਰੋ। ਹੁਣ ਕਹਿੰਦੇ ਸਾਡੇ ਭਲੇ ਵਾਸਤੇ, ਕਿਉਂਕਿ ਉਹ ਨਹੀਂ ਚਾਹੁੰਦੇ ਵੀ ਸਾਨੂੰ ਸਜ਼ਾ ਮਿਲੇ। ਹੁਣ ਜੇ ਅਸੀਂ ਫਿਰ ਵੀ ਨਹੀਂ ਹਟਦੇ ਤੇ ਫਿਰ ਗੁਰੂ ਕੀ ਕਰੇ? ਮੇਰੀ ਇਸੇ ਤਰ੍ਹਾਂ ਹੀ ਆਪਾਂ ਨੂੰ ਕਹਿੰਦੇ ਵੀ ਕਿਸੇ ਨਾਲ ਦੁਵਿਧਾ ਨਾ ਰੱਖੋ, ਜੇ ਰੱਖੋਗੇ ਤੇ ਤੁਹਾਨੂੰ ਸਜ਼ਾ ਮਿਲੇਗੀ। ਤੇ ਉਹ ਹੁਣ ਸਾਡੇ ਭਲੇ ਵਾਸਤੇ ਸਾਨੂੰ ਰੋਕਦੇ। ਮਹਾਰਾਜ ਕਹਿੰਦੇ ਜਿਸ ਨਰ ਕੀ ਦੁਵਿਧਾ ਨਾ ਜਾਏ, ਧਰਮ ਰਾਏ ਤੇ ਸਦੇਸ ਜਾਏ, ਵੀ ਉਹਨੂੰ ਸਜ਼ਾ ਮਿਲਦੀ ਧਰਮ ਰਾਏ। ਹੁਣ ਗੁਰੂ ਨੇ ਸਾਨੂੰ ਆਖਿਆ ਵੀ ਦੁਵਿਧਾ ਨਹੀਂ ਕਰਨੀ। ਜੇ ਅਸੀਂ ਫਿਰ ਵੀ ਨਹੀਂ ਛੱਡਦੇ ਤੇ ਅਸੀਂ ਫਿਰ ਵੀ ਸਜ਼ਾ ਲੈਣੀ ਚਾਹੁੰਦੇ, ਫਿਰ ਉਹਦੇ ਵਿੱਚ ਸਤਿਗੁਰ ਦਾ ਕੀ ਦੋਸ਼, ਗੁਰੂ ਦਾ ਕੀ ਦੋਸ਼? ਉਹ ਫਿਰ ਕੀ ਕਰਨ ਜੇ ਹੁਣ ਅਸੀਂ ਚਾਹੁੰਦੇ ਹੀ ਨਹੀਂ? ਸਾਡੀ ਚਾਹਤ ਹੀ ਇਹ ਹੈ ਵੀ ਸਾਨੂੰ ਸਜ਼ਾ ਮਿਲੇ ਜੀ, ਵੀ ਅਸੀਂ ਤਾਂ ਸਜ਼ਾ ਲੈਣੀ। ਫਿਰ ਸਾਨੂੰ ਉਹ ਨਹੀਂ ਰੋਕ ਸਕਦੇ ਸਜ਼ਾ ਲੈਣ ਤੋਂ, ਕਿਉਂਕਿ ਅਸੀਂ ਖੁਦ ਹੀ ਤੈਅ ਕਰ ਲਿਆ ਵੀ ਸਾਨੂੰ ਸਜ਼ਾ ਦਿੱਤੀ ਜਾਵੇ। ਹੁਣ ਆਪਾਂ ਨੂੰ ਕਹਿੰਦੇ ਵੀ ਫਿੱਕੇ ਬੋਲ ਨਾ ਬੋਲੋ ਕਿਸੇ। ਜੇ ਬੋਲੋਗੇ ਤੁਹਾਡਾ ਮਨ ਵੀ ਫਿੱਕਾ, ਤੁਹਾਡਾ ਤਨ ਵੀ ਫਿੱਕਾ, ਤੁਹਾਨੂੰ ਸਜ਼ਾ ਮਿਲੇਗੀ ਇਹਦੀ ਦਰਗਾਹ ਦੇ ਵਿੱਚ। ਹੁਣ ਜੇ ਅਸੀਂ ਫਿਰ ਵੀ ਫਿੱਕੇ ਬੋਲ ਬੋਲਦੇ ਤੇ ਫਿਰ ਤਾਂ ਅਸੀਂ ਖੁਦ ਹੀ ਇਹ ਤੈਅ ਕਰ ਲਿਆ ਨਾ ਵੀ ਜਦੋਂ ਅਸੀਂ ਵਾਪਸ ਆਈਏ ਸਾਨੂੰ ਇਹਦੀ ਸਜ਼ਾ ਦਿਓ ਜੀ। ਮਹਾਰਾਜ ਤਾਂਹੀਓ ਫਰਮਾਉਂਦੇ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕੋ ਫਿੱਕੀ ਸਦੀਏ, ਫਿੱਕੋ ਫਿੱਕੀ ਸੋਏ, ਫਿੱਕਾ ਦਰਗੇ ਸਟੀਏ, ਮੂੰਹ ਥੁੱਕਾਂ ਫਿੱਕੇ ਪਾਈ। ਫਿੱਕਾ ਮੂਰਖ ਆਖੀਏ, ਪਾਣਾ ਲਈ ਸਜਾਏ। ਵੀ ਜੇ ਅਸੀਂ ਫਿੱਕੇ ਬੋਲ ਬੋਲਾਂਗੇ ਤੇ ਉਹ ਅਸੀਂ ਖੁਦ ਹੀ ਤੈਅ ਕਰ ਲੈਂਦੇ ਵੀ ਸਾਨੂੰ ਸਜ਼ਾ ਦੇਵੋ ਜੀ। ਮਹਾਰਾਜ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਮਨ ਦੀਆਂ ਰਹਿਤਾਂ ਰੱਖੋ, ਇਹ ਸਾਡੇ ਭਲੇ ਵਾਸਤੇ ਗਏ ਸੀ। ਵੀ ਕਿਸੇ ਦੀ ਨਿੰਦਿਆ ਨਾ ਕਰੋ, ਨਾ ਸੁਣੋ, ਕਿਸੇ ਨਾਲ ਦੁਵਿਧਾ ਨਾ ਕਰੋ, ਕਿਸੇ ਨੂੰ ਫਿੱਕੇ ਬੋਲ ਨਾ ਬੋਲੋ। ਜਿਹੜੇ ਕਿਸੇ ਦੇ ਔਗਣ ਨੇ ਉਹ ਔਗਣ ਨਾ ਦੇਖੋ, ਕਿਸੇ ਦੇ ਔਗਣ ਨਾ ਚਿਤਾਰੋ, ਔਗਣ ਨਾ ਫਰੋਲੋ। ਵੀ ਜਿਹੜੀ ਸਾਂਝ ਹੈ ਉਹ ਗੁਣਾਂ ਦੀ ਪਾਓ, ਔਗਣਾਂ ਨੂੰ ਛੱਡ ਦਿਓ। ਸਾਂਝ ਕੀਜੇ ਗੁਣਾ ਕੇਰੀ, ਛੋੜ ਔਗਣ ਚੱਲੀਏ। ਹੁਣ ਜਿਵੇਂ ਆਪਾਂ ਡਾਕਟਰ ਪਾਸ ਜਾਂਦੇ ਹਾਂ, ਉਹ ਆਪਾਂ ਨੂੰ ਦਵਾਈ ਦੇ ਨਾਲ ਪਰਹੇਜ਼ ਦੱਸ ਵੀ ਆਹ ਪਰਹੇਜ਼ ਰੱਖ। ਹੁਣ ਜੇ ਅਸੀਂ ਪਰਹੇਜ਼ ਨਾ ਰੱਖੀਏ ਤੇ ਦਵਾਈ ਨੇ ਕੰਮ ਨਹੀਂ ਕਰਨਾ। ਹੁਣ ਇਸੇ ਤਰ੍ਹਾਂ ਹੀ ਸਾਨੂੰ ਫਿਰ ਸਤਿਗੁਰੂ ਸਮਝਾਉਂਦੇ ਵੀ ਅਸੀਂ ਚਾਹੁੰਦੇ ਹਾਂ ਸੁੱਖ ਲੈਣ ਨੂੰ, ਸਾਡੇ ਮਨ ਨੂੰ ਸ਼ਾਂਤੀ ਆਵੇ, ਸਾਡੇ ਮਨ ਨੂੰ ਆਨੰਦ ਮਿਲੇ, ਆਨੰਦ ਅਵਸਥਾ ਦੇ ਵਿੱਚ ਜਾਵੇ। ਮਹਾਰਾਜ ਕਹਿੰਦੇ ਵੀ ਆਹ ਰਸਤੇ 'ਚ ਰੁਕਾਵਟਾਂ ਨੇ, ਵੀ ਆਹ ਦਾਰੂ ਹੈ, ਤੁਸੀਂ ਸਿਮਰਨ ਕਰੋ ਤੇ ਨਾਲ ਰਹਿਤਾਂ ਰੱਖੋ, ਆ ਪਰਹੇਜ਼ ਰੱਖੋ। ਜੇ ਹੁਣ ਅਸੀਂ ਇਹ ਪਰਹੇਜ਼ ਨਹੀਂ ਰੱਖਾਂਗੇ ਫਿਰ ਕਿਵੇਂ ਮਨ ਸੁਖੀ ਹੋਏਗਾ ਤੇ ਕਿਵੇਂ ਇਹ ਸਹਿਜ ਵਿੱਚ ਸਮਾਏਗਾ? ਜਿਵੇਂ ਭਾਈ ਗੁਰਦਾਸ ਜੀ ਫਰਮਾਉਂਦੇ, ਪੂਛਤ ਹੈ ਵੈਦ ਖਾਤ ਔਖਦ ਨ ਸੰਜਮ ਸੀ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ। ਬਈ ਵੈਦ ਕੋਲ ਜੀਵ ਜਾਂਦਾ ਹੈ, ਉਹ ਤੋਂ ਦਾਰੂ ਲੈਂਦਾ ਤੇ ਜਿਹੜੇ ਉਹ ਸੰਜਮ ਦੱਸਦਾ ਉਹ ਸੰਜਮ ਨਹੀਂ ਰੱਖਦਾ, ਫਿਰ ਉਹਦਾ ਰੋਗ ਕਿਵੇਂ ਮਿਟੇ ਤੇ ਕਿਵੇਂ ਉਹ ਸਹਿਜ ਵਿੱਚ ਸਮਾਵੇ, ਕਿਵੇਂ ਉਹਨੂੰ ਸ਼ਾਂਤੀ ਆਵੇ, ਕਿਵੇਂ ਉਹਦਾ ਰੋਗ ਠੀਕ ਹੋਵੇ। ਔਰ ਇਸੇ ਤਰ੍ਹਾਂ ਹੀ ਸਾਨੂੰ ਕਹਿੰਦੇ ਵੀ ਜੇ ਹੁਣ ਅਸੀਂ ਜਿਵੇਂ ਰਸਤਾ ਪੁੱਛ ਲਿਆ, ਵੀ ਅਸੀਂ ਗੁਰਬਾਣੀ ਗੁਰੂ ਤੋਂ ਰਸਤਾ ਪੁੱਛ ਲਿਆ, ਬਾਣੀ ਨੂੰ ਪੜ੍ਹ ਲਿਆ, ਪੜ੍ਹ ਕੇ ਅਸੀਂ ਰਸਤਾ ਪੁੱਛ ਲਿਆ, ਸਤਿਗੁਰੂ ਕਹਿੰਦੇ ਸੁੱਖ ਲੈਣਾ ਤੇ ਤੁਸੀਂ ਘਰ ਆ ਜਾਓ। ਪੜ੍ਹ ਲਿਆ, ਨਿਜ ਘਰ ਮੈਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏਗੋ ਫਿਰ। ਹੁਣ ਜੇ ਅਸੀਂ ਇਸ ਰਸਤੇ ਉੱਤੇ ਚੱਲੀਏ ਨਾ, ਰਾਹ ਪੁੱਛ ਲਿਆ ਤੇ ਰਾਹ ਦੇ ਉੱਤੇ ਪੈਰ ਨਾ ਰੱਖੀਏ ਤੇ ਉੱਥੇ ਜਾਈਏ ਨਾ, ਫਿਰ ਜੇ ਅਸੀਂ ਹੁਣ ਇਹ ਰਸਤੇ 'ਤੇ ਚੱਲਾਂਗੇ ਨਹੀਂ ਤੇ ਫਿਰ ਅਸੀਂ ਗੱਲਾਂ ਬਾਤਾਂ ਦੇ ਨਾਲ ਆਪਦੇ ਘਰ ਆਪਣੇ ਦੇਸ਼ ਨਹੀਂ ਜਾ ਸਕਦੇ। ਜਿਵੇਂ ਸਾਨੂੰ ਫਰਮਾਉਂਦੇ, ਪੁੱਛਤ ਹੈ ਪਾਥਕ, ਵੀ ਪੁੱਛ ਲਿਆ ਰਸਤਾ ਪਰ ਉਹਦੇ 'ਤੇ ਚੱਲੇ ਨਹੀਂ। ਧਰੇ ਨਾ ਪੱਗ ਪ੍ਰੀਤਮ ਕੇ ਦੇਸ,
कैसे बातन से जाई है। भी पुछ लिया रास्ता, पर रस्ते ते उत्ते चले ही नहीं। रस्ते तो फिर किवें असीं प्रीतम दे देश मालक दे घर असीं गल्लां नाल किवें चले जावांगे। और इस वास्ते आपां नूं कहंदे भी गल्लां नाल नहीं जा सकते, गल ही जोग ना हुई। जोग हुंदा जुड़ना, भी निरीਆਂ गल्लां दे नाल असीं परमात्मा दे नाल नहीं जुड़ सकते, असीं नाम नाल नहीं जुड़ सकते, आपदे घर नहीं जा सकते। ਉਹਦੇ वास्ते सानूं ये अल बललियां गल्लां जड़ियां छड्डणियां पैंदियां, ਜਿਹੜੀਆਂ ਸਾਡੇ ਨਾਲ नहीं जाण वालियां। महाराज कहंदे गल ही अल पललियां कम ना आवे मिथ। भी ये ਜਿਹੜੀਆਂ त्रै गुणां दियां माया दियां विचारां संसार दियां, ये साडे किसे काम आउण वालियां ਹੁਣ ਤਾਂ फिर आपां नूं कहंदे भी तुसीं ਉਹ कर्म करो ਜਿਹੜਾ कर्म करके असीं आपदे घर जा सकते। ते ਉਹ फिर महाराज आपां नूं दसदे भी ये सिमरन कर। ਜਦੋਂ ਹੁਣ ਅਸੀਂ ਇਹ ਅਭਿਆਸ ਕਰਾਂਗੇ, ਅਸੀਂ ਫਿਰ ਇਸ ਮਾਰਗ ਦੇ ਉੱਤੇ ਚੱਲਾਂਗੇ, ਜਿਹੜਾ ਮਾਰਗ ਸਾਨੂੰ ਸਤਿਗੁਰੂ ਦੱਸ ਰਹੇ ਪਰਮਾਤਮਾ ਨੂੰ ਮਿਲਾਪ ਦਾ, ਇਹਦੇ ਉੱਤੇ ਚੱਲਣਾ ਅਸੀਂ ਸਿਮਰਨ ਕਰਕੇ। ਜਦੋਂ ਅਭਿਆਸ ਕਰਾਂਗੇ ਫਿਰ ਸਾਡਾ ਮਨ ਇਸ ਮਾਰਗ 'ਤੇ ਚੱਲੇਗਾ। ਹੁਣ ਆਓ ਅਸੀਂ ਇਸ ਰਸਤੇ 'ਤੇ ਚੱਲਣ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਇਹ ਸਵਾਸ ਗਿਰਾ ਸਿਮਰਨ ਅਭਿਆਸ ਦੱਸਦੇ ਨੇ, आओ सारे गुरमुख प्यारे करो जी शुरू। वाहिगुरू 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 गुरु वाहे 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 गुरु वाहिगुरू 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 जी का खालसा
ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਆਪਾਂ ਇਹ ਅਭਿਆਸ ਕਰਦੇ ਹਾਂ ਫਿਰ ਇਹਦੇ ਨਾਲ ਆਪਣੇ ਜੀਵਨ ਦਾ ਜਿਹੜਾ ਅਸਲ ਮਕਸਦ ਹੈ ਫਿਰ ਉਹ ਪੂਰਾ ਹੁੰਦਾ। ਜੋ ਮਹਾਰਾਜ ਆਪਾਂ ਨੂੰ ਦੱਸਦੇ ਵੀ ਜਿਉਂ-ਜਿਉਂ ਅਸੀਂ ਅਭਿਆਸ ਕਰਦੇ ਜਾਵਾਂਗੇ ਸਾਡਾ ਮਨ ਸਹੀ ਦੇ ਵਿੱਚ ਆਏਗਾ, ਫਿਰ ਆਪਣਾ ਜਿਹੜਾ ਮਕਸਦ ਜੀਵਨ ਦਾ ਫਿਰ ਉਹ ਪੂਰਾ। ਇਸ ਵਾਸਤੇ ਫਿਰ ਆਪਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਆਪਾਂ ਨੂੰ ਸਮਝਾਉਂਦੇ ਬਈ ਆਪਣੇ ਜੀਵਨ ਦਾ ਸਾਰਿਆਂ ਦਾ ਇੱਕੋ ਹੀ ਮਕਸਦ ਹੈ, ਪਰਮਾਤਮਾ ਵਾਹਿਗੁਰੂ ਦੇ ਨਾਲ ਮਿਲਾਪ ਕਰ। ਅਤੇ ਉਹਦੇ ਵਾਸਤੇ ਹੁਣ ਆਪਾਂ ਨੂੰ ਫਿਰ ਦੱਸਿਆ ਵੀ ਜਿਉਂ ਅਸੀਂ ਇਹ ਅਭਿਆਸ ਕਰਾਂਗੇ ਉਹਦੇ ਫਿਰ ਆਪਣੇ ਜੀਵਨ ਦਾ ਮਕਸਦ ਜਿਹੜਾ ਪੂਰਾ ਹੋਏਗਾ, ਅਤੇ ਫਿਰ ਅਸੀਂ ਇਸ ਸੰਸਾਰ ਦੇ ਵਿੱਚ ਜਿਸ ਮਕਸਦ ਵਾਸਤੇ ਆਏ ਹਾਂ, ਜੋ ਮਹਾਰਾਜ ਫਰਮਾਉਂਦੇ ਆਪਾਂ ਨੂੰ ਆਨੰਦ ਦੀ ਅਵਸਥਾ ਵੀ ਕਿਵੇਂ ਸਾਡੇ ਜਿਹੜੇ ਜੀਵਨ ਦਾ ਮਨੋਰਥ ਪੂਰਾ ਹੋਏ। ਹੁਣ ਉਹਦੇ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਵੱਧ ਤੋਂ ਵੱਧ ਅਭਿਆਸ ਕਰੋ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰੋ, ਖੋਜੋ ਅਤੇ ਵੱਧ ਤੋਂ ਵੱਧ ਸਤ ਸੰਗਤ ਕਰੋ, ਤਾਂ ਕਿ ਅਸੀਂ ਆਪਦੇ ਜੀਵਨ ਦਾ ਮਕਸਦ ਜਿਹੜਾ ਉਹਨੂੰ ਪੂਰਾ ਕਰਕੇ ਜਾਈਏ। ਹੁਣ ਉਹਦੇ ਲਈ ਆਪਾਂ ਗੁਰਮੁਖ ਪਿਆਰਿਓ ਵੱਧ ਤੋਂ ਵੱਧ ਅਭਿਆਸ ਕਰਨਾ, ਬਹਿੰਦੇ ਉੱਠਦੇ ਕੰਮ ਕਾਰ ਕਰਦੇ ਚੱਲਦੇ ਫਿਰਦੇ। ਮਹਾਰਾਜ ਕਹਿੰਦੇ ਸਦਾ ਸਦਾ ਸਿਮਰ ਦਿਨ ਰਾਤ, ਉਠਤ ਬੈਠਤ ਸਾਸ ਗਿਰਾਸ। ਅਤੇ ਜਦੋਂ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ ਵਿਚਾਰਨਾ ਸਹੀ ਦੇ ਨਾਲ ਅਤੇ ਵੱਧ ਤੋਂ ਵੱਧ ਸਤ ਸੰਗਤ ਕਰ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਐਸਾ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਆਪਾਂ ਇਹ ਗਿਆਨ ਨੂੰ ਕਮਾ ਕੇ ਸਤਿਗੁਰਾਂ ਦਾ ਵਚਨ ਮੰਨ ਕੇ ਆਪਦੇ ਜੀਵਨ ਦਾ ਜਿਹੜਾ ਲਾਹਾ ਉਹ ਖੱਟ ਕੇ ਇੱਥੋਂ ਜਾਈਏ ਵਾਪਸ। ਅਤੇ ਜੋ ਆਪਣਾ ਹਫ਼ਤਾਵਾਰੀ ਸਮਾਗਮ ਗੁਰਦੁਆਰਾ ਬ੍ਰਹਮ ਮਿਲਣੇ ਕਾ ਚਾਓ ਕੱਲ੍ਹ ਨੂੰ ਸ਼ਨੀਵਾਰ, ਸੋ ਸਾਰੇ ਆਪਾਂ ਕੋਸ਼ਿਸ਼ ਕਰਿਆ ਕਰੀਏ ਵੀ ਆਪਾਂ ਤਾਂ ਸਾਰੇ ਚੱਲਿਆ ਕਰੀਏ ਨਾ, ਜਿੰਨੇ ਆਪਾਂ ਆਉਂਦੇ ਹਾਂ ਹੋਰ ਵੀ ਕੋਸ਼ਿਸ਼ ਕਰਿਆ ਕਰੀਏ ਵੀ ਨਾਲ ਗੁਰਮੁਖ ਚੱਲਣ, ਤਾਂ ਕਿ ਆਪਾਂ ਵੱਧ ਤੋਂ ਵੱਧ ਸੰਗਤ ਕਰਕੇ ਆਪਦੇ ਜੀਵਨ ਦਾ ਲਾਹਾ ਖੱਟ ਸਕੀਏ। ਸੋ ਕੱਲ੍ਹ ਨੂੰ ਆਪਾਂ ਸਾਰਿਆਂ ਨੇ ਜਾਣਾ ਅਤੇ ਸਮੇਂ ਸਿਰ 6 ਵਜੇ ਤੱਕ ਸਾਰੇ ਗੁਰਮੁਖ ਪਹੁੰਚ ਜਾਇਆ ਕਰੋ, ਤਾਂ ਕਿ ਆਪਾਂ ਬਾਹਲਾ ਲੇਟ ਨਾ ਹੋਈਏ। ਜਿੰਨਾ ਆਪਾਂ ਵੱਧ ਤੋਂ ਵੱਧ ਸਮਾਂ ਉੱਥੇ ਸੰਗਤ ਦੇ ਵਿੱਚ ਰਵਾਂਗੇ ਆਪਾਂ ਨੂੰ ਲਾਹਾ ਹੀ ਹੈ, ਲਾਭ ਹੀ। ਸੋ ਇਸ ਵਾਸਤੇ ਆਪਾਂ ਹੁਣ ਇਹ ਵੱਧ ਤੋਂ ਵੱਧ ਸੰਗਤ ਕਰਕੇ ਆਪ ਵੀ ਕਰਨੀ ਅਤੇ ਨਾਲ ਹੋਰਾਂ ਨੂੰ ਵੀ ਕਰਾਉਣੀ, ਤਾਂ ਕਿ ਉਹ ਵੀ ਆਪਦੇ ਜੀਵਨ ਦਾ ਲਾਹਾ ਖੱਟਣ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।